हाँ जी सर, शुरू करिए। हाँ जी मैम, करो स्टार्ट। गुड आफ्टरनून एवरीवन, मैं नवनीत कौर सरकारी ITI ਵੂਮੈਨ ਜੰਡਿਆਲਾ ਗੁਰੂ ਤੋਂ ਫੈਸ਼ਨ ਟ੍ਰੇਡ ਦੀ ਇੰਸਟ੍ਰਕਟਰ ਹਾਂ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਸਾਰਾ ਦੇਸ਼ ਇਸ ਕਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ, ਪਰ ਇਸ ਚੱਲਦੀ परिस्थिति ਦੌਰਾਨ ਡਿਪਾਰਟਮੈਂਟ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਸਿੱਖਿਆਰਥੀਆਂ ਨੂੰ ਘਰ ਬੈਠ ਕੇ ਹੀ ਆਨਲਾਈਨ ਸਟੱਡੀ ਨਾਲ ਜੋੜ ਕੇ ਰੱਖਣ ਦਾ। ਮੈਂ ਧੰਨਵਾਦ ਕਰਦੀ ਹਾਂ ਡਿਪਾਰਟਮੈਂਟ ਦਾ ਅਤੇ ਉਹਨਾਂ ਉੱਚ ਅਧਿਕਾਰੀਆਂ ਦਾ ਜਿਨ੍ਹਾਂ ਮੈਨੂੰ ਇਸ ਪਲੇਟਫਾਰਮ ਤੇ ਆਉਣ ਦਾ ਮੌਕਾ ਦਿੱਤਾ, ਅਤੇ ਨਾਲ ਹੀ ਮੈਂ ਧੰਨਵਾਦ ਕਰਦੀ ਹਾਂ ਆਪਣੀ ITI ਦੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਬਲਜੀਤ ਕੌਰ ਦਾ, ਜਿਨ੍ਹਾਂ ਦੀ ਅਗਵਾਈ ਸਦਕਾ ਅੱਜ ਮੈਂ ਤੁਹਾਡੇ ਰੂਬਰੂ ਹੋਈ ਹਾਂ। ਸੋ ਮੈਂ ਥੈਂਕਸ ਕਰਦੀ ਹਾਂ ਅਤੇ ਵੈਲਕਮ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਮੀਟਿੰਗ ਵਿੱਚ ਜੁਆਇਨ ਹੋਣ ਲਈ। ਸੋ ਅੱਗੇ ਵਧਦੇ ਹਾਂ ਅਸੀਂ ਆਪਣੇ ਟੌਪਿਕ ਵੱਲ। ਮੇਰਾ ਅੱਜ ਦਾ ਟੌਪਿਕ ਜਾਂ ਵਿਸ਼ਾ ਹੈ ਸਿਧਾਂਤਿਕ ਜਾਣਕਾਰੀ, ਜਿਵੇਂ ਕਿ ਫਾਸਨਰ, ਟ੍ਰਿਬਿੰਗ ਅਤੇ ਹੈਮਸ ਸੰਬੰਧੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਫਾਸਨਰਸ ਦੀ ਕਿ ਫਾਸਨਰ ਕੀ ਹੁੰਦੇ ਹਨ। ਫਾਸਨਰ ਕੱਪੜੇ ਤੇ ਇੱਕ ਕਿਨਾਰੇ ਨੂੰ ਦੂਜੇ ਕਿਨਾਰੇ ਨਾਲ ਜੋੜ ਕੇ ਰੱਖਣ ਵਿੱਚ ਮਦਦ ਕਰਦੇ ਹਨ। ਇਹ ਆਮ ਤੌਰ ਤੇ ਇੱਕੋ ਇਕਾਈ ਹੁੰਦੀ ਹੈ, ਜਿਵੇਂ ਕਿ ਬਟਨ, ਜੋ ਕਿਸੇ ਹੋਰ ਡਿਵਾਈਸ ਨਾਲ ਕੰਮ ਕਰਦੀ ਹੈ, ਜਿਵੇਂ ਕਿ ਬਟਨ ਹੋਲ ਨਾਲ। ਇਹ ਤਿਆਰ ਕੀਤੇ ਕੱਪੜਿਆਂ ਵਿੱਚ ਰੂਪ ਅਤੇ ਸ਼ਕਲ ਬਣਾਉਂਦੀ ਹੈ। ਜਿਵੇਂ ਕਿ ਅਸੀਂ ਫਸਟ ਸਲਾਈਡ ਵਿੱਚ ਵੇਖ ਰਹੇ ਹਾਂ ਕਿ ਇੱਕ ਕੁੜਤਾ ਪੱਟੀ ਦੇ ਬਟਨ ਓਪਨ ਹਨ, ਤੇ ਉਸ ਦੇ ਬਟਨ ਜਦੋਂ ਅਸੀਂ ਬੰਦ ਕਰਾਂਗੇ ਤਾਂ ਉੱਥੇ ਹੀ ਸਾਡੀ ਪਰਿਭਾਸ਼ਾ ਸਪਸ਼ਟ ਹੋ ਜਾਂਦੀ ਹੈ ਕਿ ਕਿਸ ਤਰ੍ਹਾਂ ਫਾਸਨਰ ਕੱਪੜੇ ਦੇ ਇੱਕ ਕਿਨਾਰੇ ਨੂੰ ਦੂਜੇ ਕਿਨਾਰੇ ਨਾਲ ਜੋੜਨ ਵਿੱਚ ਮਦਦ ਕਰਦੇ ਹਨ। ਇਹ ਕਿਸੇ ਵੀ ਮਟੀਰੀਅਲਸ ਦੇ ਦੋ ਪੀਸਿਸ ਨੂੰ ਜੋੜ ਕੇ ਅਸੀਂ ਲਗਾਉਣੇ ਹਾਂ। ਹੁਣ ਜਿਵੇਂ ਅਸੀਂ ਸੈਕਿੰਡ ਸਲਾਈਡ ਵਿੱਚ ਪਿਕਚਰ ਵਿੱਚ ਵੇਖ ਰਹੇ ਹਾਂ ਕਿ ਇੱਕ ਸ਼ਰਟ ਬਿਲਕੁਲ ਰੈਡੀ ਹੈ। ਇਸੇ ਹੀ ਤਰ੍ਹਾਂ ਅਸੀਂ ਕਿਸੇ ਵੀ ਗਾਰਮੈਂਟਸ ਦੇ ਉੱਪਰ ਫਾਸਨਰ ਲਗਾ ਕੇ ਉਸ ਨੂੰ ਵਧੀਆ ਅਤੇ ਉੱਚਾ ਰੁਤਬਾ ਦੇ ਸਕਦੇ ਹਾਂ। ਹੁਣ ਤੁਹਾਡੇ ਡਿਪੈਂਡ ਕਰਦਾ ਹੈ ਕਿ ਤੁਹਾਡੇ ਦੀ ਚੋਣ ਤੇ ਕਿ ਫਾਸਨਰ ਦੀ ਚੋਣ ਤੁਸੀਂ ਕਿਵੇਂ ਦੀ ਕਰਦੇ ਹੋ। ਫਾਸਨਰ ਦੀ ਚੋਣ ਗਾਰਮੈਂਟਸ ਦੇ ਉੱਪਰ ਡਿਪੈਂਡ ਕਰਦੀ ਹੈ, ਅਤੇ ਇਸ ਤੋਂ ਇਲਾਵਾ ਤੁਹਾਡੀ ਓਪਨਿੰਗ ਤੇ ਵੀ ਡਿਪੈਂਡ ਕਰਦੀ ਹੈ ਕਿ ਤੁਸੀਂ ਇਸ ਨੂੰ ਕਿੱਥੇ ਪਲੇਸ ਕਰਨਾ ਹੈ, ਅਤੇ ਇਸ ਤੇ ਵੀ ਡਿਪੈਂਡ ਕਰਦੀ ਹੈ ਤੁਸੀਂ ਕਿਵੇਂ ਇਸ ਦੇ ਫਾਸਨਰ ਦੀ ਚੋਣ ਕਰਦੇ ਹੋ। ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਵੱਖ-ਵੱਖ ਤਰ੍ਹਾਂ ਦੇ ਫਾਸਨਰ ਦੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬਟਨ ਦੀ। ਜਿਵੇਂ ਕਿ ਮੈਂ ਇੱਥੇ ਫਾਸਨਰ ਕਈ ਪ੍ਰਕਾਰ ਦੇ ਹੁੰਦੇ ਹਨ, ਜਿਵੇਂ ਕਿ ਮੈਂ ਇਸ ਸਲਾਈਡ ਵਿੱਚ ਵਿਖਾਇਆ ਹੈ ਕਿ ਬਟਨ, ਸ਼ੈਕ ਬਟਨ, ਜਿਪ, ਹੁੱਕ ਐਂਡ ਆਈ ਅਤੇ ਸਨੈਪ ਬਟਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਬਟਨ ਦੀ। ਕੱਪੜੇ ਸਿਲਦੇ ਸਮੇਂ ਬਟਨਾਂ ਦਾ ਪ੍ਰਯੋਗ ਛੋਟੇ-ਛੋਟੇ ਫਾਸਨਰ ਦੇ ਰੂਪ ਵਿੱਚ ਹੁੰਦਾ ਹੈ। ਇਸ ਵਿੱਚ ਫੈਬਰਿਕ ਦੇ ਦੋ ਪੀਸਿਸ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ। ਆਮ ਤੌਰ ਤੇ ਇਹਨਾਂ ਦਾ ਪ੍ਰਯੋਗ ਅਸੀਂ ਸ਼ਰਟਾਂ ਵਿੱਚ ਵੇਖਦੇ ਹਾਂ, ਅਤੇ ਕੋਟ, ਜੈਕਟਾਂ, ਪੈਂਟ, ਬੈਗਾਂ ਆਦਿ ਵਿੱਚ ਅਸੀਂ ਇਸ ਨੂੰ ਇਸਤੇਮਾਲ ਕਰਦੇ ਹਾਂ। ਬਟਨ ਆਮ ਤੌਰ ਤੇ ਪਲਾਸਟਿਕ, ਲੱਕੜ ਜਾਂ ਕੱਚ ਦੇ ਵੀ ਮਿਲਦੇ ਹਨ। ਅੱਜ-ਕੱਲ੍ਹ ਬਟਨ ਕੈਮੀਕਲ ਵਿਧੀ ਦੁਆਰਾ ਅਲੱਗ-ਅਲੱਗ ਮਟੀਰੀਅਲ ਦੇ ਬਣਦੇ ਹਨ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਟਨਸ ਦੇ ਆਕਾਰ, ਸ਼ੇਪਸ ਵੱਖ-ਵੱਖ ਟਾਈਪ ਦੀਆਂ ਹੁੰਦੀਆਂ ਹਨ। ਬਟਨ ਆਕਾਰ ਅਤੇ ਇਸ ਦੀ ਬਟਨਾਂ ਦੀ ਆਕਾਰ ਅਤੇ ਸ਼ੇਪ ਵੱਖ-ਵੱਖ ਕਿਸਮ ਦੀ ਹੁੰਦੀ ਹੈ। ਬਟਨਾਂ ਦਾ ਆਕਾਰ ਵੀ ਜ਼ਰੂਰਤ ਦੇ ਹਿਸਾਬ ਨਾਲ ਹੀ ਹੁੰਦਾ ਹੈ। ਬਟਨ ਸ਼ਰਟ ਦੇ ਅਤੇ ਟਰਾਊਜ਼ਰ ਦੇ ਵਿੱਚ ਛੋਟੇ ਆਕਾਰ ਦੇ ਲੱਗਦੇ ਹਨ, ਅਤੇ ਕੋਟ, ਜੈਕਟਾਂ ਦੇ ਵਿੱਚ ਇਹ ਮੀਡੀਅਮ ਆਕਾਰ ਦੇ ਲੱਗਦੇ ਹਨ, ਅਤੇ ਸਵੈਟਰ, ਜਰਸੀਆਂ, ਬੈਗ ਦੇ ਇਹ ਵੱਡੇ ਆਕਾਰ ਦੇ ਲੱਗਦੇ ਹਨ। ਇਹ ਹੱਥ ਨਾਲ ਵੀ ਲਗਾਏ ਜਾਂਦੇ ਹਨ ਅਤੇ ਮਸ਼ੀਨ ਨਾਲ ਵੀ ਲਗਾਏ ਜਾਂਦੇ ਹਨ। ਫਰਕ ਬਸ ਇੰਨਾ ਕਿ ਮਸ਼ੀਨ ਦੇ ਨਾਲ ਜਲਦੀ ਕੰਮ ਹੋ ਜਾਂਦਾ ਹੈ, ਫਾਸਟ ਲੱਗ ਜਾਂਦੇ ਹੈ, ਔਰ ਹੱਥ ਦੇ ਨਾਲ ਸਲੋ ਹੁੰਦਾ ਕੰਮ। ਹੁਣ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸ਼ੈਕ ਬਟਨ ਦੀ। ਸ਼ੈਕ ਬਟਨ ਨੂੰ ਵੂਬਲੀ ਬਟਨ ਵੀ ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਧਾਗਾ ਕੱਢਣ ਲਈ ਸੁਰਾਖ ਬਣਿਆ ਹੁੰਦਾ ਹੈ। ਕੱਪੜੇ ਵਿੱਚੋਂ ਧਾਗਾ ਕੱਢ ਕੇ ਬਟਨ ਵਿੱਚੋਂ ਸੁਰਾਖ ਵਿੱਚੋਂ ਕੱਢ ਕੇ ਇਸ ਨੂੰ ਕੱਪੜੇ ਨਾਲ ਫਿਕਸ ਕੀਤਾ ਜਾਂਦਾ ਹੈ। ਜਿਵੇਂ ਕਿ ਅਸੀਂ ਫਸਟ ਸਲਾਈਡ ਵਿੱਚ ਵੇਖ ਰਹੇ ਹਾਂ ਕਿ ਇੱਕ ਸਿੰਪਲ ਬਟਨ ਲਿਆ ਹੋਇਆ ਵਾ। ਸੈਕਿੰਡ ਵਿੱਚ ਅਸੀਂ ਵੇਖ ਰਹੇ ਹਾਂ ਕਿ ਇਹਨੂੰ ਕਿਸ ਤਰ੍ਹਾਂ ਫਿਕਸ ਕਰਨਾ ਹੈ ਫੈਬਰਿਕ ਦੇ ਗਾਰਮੈਂਟਸ ਦੇ ਉੱਪਰ, ਤੇ ਥਰਡ ਵਿੱਚ ਅਸੀਂ ਵੇਖ ਰਹੇ ਹਾਂ ਕਿ ਕਿੱਦਾਂ ਇਹਨੂੰ ਫਿਕਸ ਕੀਤਾ ਹੋਇਆ ਵਾ ਇੱਕ ਗਾਰਮੈਂਟਸ ਨੂੰ ਰੈਡੀ ਕਰਕੇ। ਸ਼ੈਕ ਬਟਨ ਨੂੰ ਵੂਬਲੀ ਬਟਨ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਇੱਕ ਜਗ੍ਹਾ ਤੇ ਫਿਕਸ ਹੋ ਕੇ
ਇੱਕ ਜਗ੍ਹਾ ਤੇ ਫਿਕਸ ਹੋ ਕੇ ਵੀ ਇਹ ਦੂਸਰੀ ਸਾਈਡ ਨੂੰ ਮੂਵ ਕਰਦਾ ਹੈ, ਇਸ ਲਈ ਇਸ ਨੂੰ ਵੂਬਲੀ ਬਟਨ ਕਿਹਾ ਜਾਂਦਾ ਹੈ। ਇਹ ਕਈ ਤਰ੍ਹਾਂ ਦੇ ਮੈਨੂਫੈਕਚਰ ਦੇ ਹਿਸਾਬ ਨਾਲ ਬਣੇ ਹੁੰਦੇ ਹਨ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜਿਪ ਦੀ। ਜਿਪ ਫਾਸਟਨਰ ਨੂੰ ਪਹਿਲਾਂ ਕਲੈਪ ਲੌਕ ਵੀ ਕਿਹਾ ਜਾਂਦਾ ਸੀ। ਇਹ ਫੈਬਰਿਕ ਜਾਂ ਹੋਰ ਲਚਕਦਾਰ ਸਮੱਗਰੀ ਦੇ ਖੁੱਲਣ ਤੇ ਕਿਨਾਰਿਆਂ ਨੂੰ ਬੰਨ੍ਹਦੀ ਹੈ, ਜਿਵੇਂ ਕਿ ਪੈਂਟ, ਫਰਾਕ, ਜੈਕਟਾਂ, ਬੈਗ ਅਤੇ ਇਸ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਪ ਜੋ ਹੈ, ਜਿਪ ਫਾਸਟਨਰ ਦਾ ਕੀ ਕੰਮ ਹੈ। ਫਾਸਟਨਰ ਜਿੰਨੇ ਵੀ ਆ ਉਹਨਾਂ ਦਾ ਇਹੀ ਪ੍ਰਯੋਗ ਹੁੰਦਾ ਹੈ ਕਿ ਇੱਕ ਸਾਈਡ ਤੋਂ ਦੂਜੀ ਸਾਈਡ ਨੂੰ ਜੋੜਦੇ ਹਨ। ਹੁਣ ਜਿਪ ਲੌਕ ਨੂੰ ਇਹ ਮੰਨਿਆ ਜਾਂਦਾ ਹੈ ਕਿ ਇਸ ਨੂੰ ਕਲੈਪ ਲੌਕ ਕਿਉਂ ਕਿਹਾ ਜਾਂਦਾ ਸੀ। ਜਿਪ ਲੌਕ ਨੂੰ ਕਲੈਪ ਲੌਕ ਇਸ ਲਈ ਮੰਨਿਆ ਜਾਂਦਾ ਸੀ ਕਿ ਜਦੋਂ ਅਸੀਂ ਇਸ ਨੂੰ ਬੰਦ ਕਰਦੇ ਹਾਂ ਤੇ ਇਸ ਵਿੱਚੋਂ ਸਾਊਂਡ ਪ੍ਰੋਡਿਊਸ ਹੁੰਦਾ ਹੈ, ਇਸ ਵਿੱਚੋਂ ਇੱਕ ਆਵਾਜ਼ ਆਉਂਦੀ ਹੈ। ਹੁਣ ਵਰਤੋਂ ਇਸ ਦੀ ਮੈਂ ਸਲਾਈਡ ਵਿੱਚ ਦੱਸੀ ਹੋਈ ਆ ਕਿ ਇਸ ਦੀ ਵਰਤੋਂ ਪੈਂਟ, ਫਰਾਕ, ਜੈਕਟਾਂ, ਬੈਗਾਂ ਤੇ ਕੀਤੀ ਜਾਂਦੀ ਹੈ ਤੇ ਇਸ ਦਾ ਵੀ ਇਹੀ ਫੰਕਸ਼ਨ ਹੈ ਕਿ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਨਾਲ ਜੋੜਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹੁੱਕ ਐਂਡ ਆਈ ਦੀ। ਸਿਲਾਈ ਵਿੱਚ ਹੁੱਕ ਐਂਡ ਆਈ ਕੀ ਹੁੰਦੇ ਹਨ? ਹੁੱਕ ਐਂਡ ਆਈ ਗਾਰਮੈਂਟਸ ਦੇ ਦੋ ਪੱਲਿਆਂ ਨੂੰ ਜੋੜਨ ਦਾ ਬਹੁਤ ਹੀ ਸੌਖਾ ਅਤੇ ਸੁਰੱਖਿਅਤ ਤਰੀਕਾ ਹੈ। ਇਹ ਮੈਟਲ ਤੋਂ ਬਣੀ ਹੁੰਦੀ ਹੈ ਅਤੇ ਇਸੇ ਹੀ ਸਮੱਗਰੀ ਦੀ ਆਈ ਹੁੰਦੀ ਹੈ, ਜਿਸ ਨੂੰ ਅਸੀਂ ਹੁੱਕ ਵਿੱਚ ਫਿੱਟ ਕਰਦੇ ਹਾਂ। ਇਸ ਨੂੰ ਲਗਾਉਣ ਲਈ ਬਟਨ ਹੋਲ ਸਟਿਚ ਦੀ ਵਰਤੋਂ ਕੀਤੀ ਜਾਂਦੀ ਹੈ। ਹੁੱਕ ਆਮ ਤੌਰ ਤੇ ਬਲਾਊਜ਼, ਫਰਾਕ, ਸਕਰਟ ਵਿੱਚ ਲਗਾਈ ਜਾਂਦੀ ਹੈ। ਹੁਣ ਜਿਵੇਂ ਸਾਨੂੰ ਫਿਰ ਇਹੀ ਗੱਲ ਰਿਪੀਟ ਹੁੰਦੀ ਹੈ ਕਿ ਜਿਹੜੇ ਫਾਸਟਨਰਸ ਨੇ ਉਹਨਾਂ ਦਾ ਉਹੀ ਵਰਕ ਵਾ, ਉਹਨਾਂ ਦਾ ਉਹੀ ਕੰਮ ਵਾ ਕਿ ਅਸੀਂ ਕਿਸ ਤਰ੍ਹਾਂ ਇੱਕ ਪੀਸ ਨੂੰ ਦੂਜੇ ਪੀਸ ਨਾਲ ਜੋੜਨਾ ਵਾ। ਜਿਸ ਤਰ੍ਹਾਂ ਮੈਂ ਫਸਟ ਸਲਾਈਡ ਵਿੱਚ ਵਿਖਾਇਆ ਵਾ ਕਿ ਇੱਕ ਆਪਾਂ ਸਿੰਪਲ ਹੁੱਕ ਲਈ ਆ ਤੇ ਦੂਸਰੀ ਸਲਾਈਡ ਵਿੱਚ ਇਸ ਦਾ ਵਰਕ ਵਿਖਾਇਆ ਕਿ ਇਸ ਦਾ ਯੂਜ਼ ਕਿਵੇਂ ਕੀਤਾ ਜਾਂਦਾ ਹੈ। ਇੱਕ ਬਲਾਊਜ਼ ਵਿੱਚ ਇਹ ਲੱਗੀ ਹੋਈ ਆ। ਹੋਰ ਗੱਲ ਜੇ ਇਸ ਤੋਂ ਇਲਾਵਾ ਇੱਕ ਐਗਜ਼ਾਮਪਲ ਹੈਗੀ ਹੈ ਹੈਵੀ ਲੁੱਕ ਬਿਊਟੀ ਹੁੱਕ ਦੀ। ਇਹ ਜਿਹੜੀ ਹੁੱਕ ਹੁੰਦੀ ਹੈ, ਇਹ ਹੁੱਕ ਅਸੀਂ ਲਗਾਉਣੇ ਆ ਵੇਸਟ ਪੈਂਟ ਤੇ ਔਰ ਸਕਰਟ ਤੇ। ਇਸ ਦਾ ਫੰਕਸ਼ਨ ਇਹ ਹੁੰਦਾ ਵਾ, ਹੈਵੀ ਡਿਊਟੀ ਲੁੱਕ ਜਿਹੜੀ ਹੁੰਦੀ ਆ, ਹੁੱਕ ਹੁੰਦੀ ਆ, ਉਹਦਾ ਫੰਕਸ਼ਨ ਇਹ ਹੁੰਦਾ ਹੈ ਕਿ ਇਹ ਕੱਪੜੇ ਨੂੰ ਟਾਈਟਲੀ ਅਤੇ ਮਜ਼ਬੂਤੀ ਨਾਲ ਉਸ ਨੂੰ ਹੋਲਡ ਕਰਕੇ ਰੱਖਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਨੈਪ ਦੀ। ਸਨੈਪ ਬਟਨ ਨੂੰ ਟਿਚ ਬਟਨ ਵੀ ਕਿਹਾ ਜਾਂਦਾ ਹੈ। ਸਨੈਪ ਬਟਨ ਓਵਰਲੈਪਿੰਗ ਦੇ ਕਿਨਾਰਿਆਂ ਨੂੰ ਇਕੱਠੇ ਫੜਨ ਲਈ ਇਸਤੇਮਾਲ ਕੀਤੇ ਜਾਂਦੇ ਹਨ। ਇਸ ਦੇ ਪਿੱਛੇ ਇਸ ਦੇ ਵੀ ਦੋ ਹਿੱਸੇ ਹੁੰਦੇ ਹਨ, ਇੱਕ ਗੇਂਦ ਅੱਧ ਅਤੇ ਦੂਸਰਾ ਸਾਕਟ ਅੱਧ। ਮੇਲ ਖਾਂਦੇ ਧਾਗੇ ਨਾਲ ਡਬਲ ਮੈਥਡ ਦੇ ਨਾਲ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਵੇਂ ਕਿ ਮੈਂ ਦੱਸਿਆ ਹੋਇਆ ਕਿ ਜਿਹੜੇ ਬਟਨਸ ਨੇ, ਫਾਸਟਨਰਸ ਨੇ, ਉਹਨਾਂ ਦਾ ਕੀ ਕੋਈ ਇਸਤੇਮਾਲ ਹੁੰਦਾ ਵਾ ਕਿ ਕਿਨਾਰਿਆਂ ਨੂੰ ਜੋੜਦੇ ਨੇ। ਤੇ ਸਨੈਪ ਬਟਨ ਨੂੰ ਟਿਚ ਬਟਨ ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਇਸ ਨੂੰ ਅਸੀਂ ਬੰਦ ਕਰਦੇ ਹਾਂ ਤੇ ਇਸ ਵਿੱਚੋਂ ਆਵਾਜ਼ ਆਉਂਦੀ ਹੈ। ਇਸ ਬਟਨ ਦੇ ਦੋ ਭਾਗ ਹੁੰਦੇ ਹਨ, ਪਹਿਲਾ ਹੇਠਲੇ ਵਾਲਾ ਭਾਗ ਅਤੇ ਫਾਸਨਰ, ਉਸ ਨੂੰ ਫਾਸਨਰ ਕਿਹਾ ਜਾਂਦਾ ਹੈ। ਇਸੇ ਹੀ ਤਰ੍ਹਾਂ ਸਾਰੀ ਪੱਟੀ ਦੇ ਉੱਪਰ ਨਿਸ਼ਾਨ ਲਗਾ ਕੇ ਬਾਅਦ ਵਿੱਚ ਉੱਪਰਲੀ ਪੱਟੀ ਤੇ ਪੈਨਸਲ ਨਾਲ ਨਿਸ਼ਾਨ ਲਗਾ ਕੇ ਜਾਂ ਮਾਰਕਰ ਨਾਲ ਨਿਸ਼ਾਨ ਲਗਾ ਕੇ ਅਸੀਂ ਇਸੇ ਹੀ ਤਰ੍ਹਾਂ ਬਟਨ ਲਗਾਉਂਦੇ ਜਾਂਦੇ ਹਾਂ ਅਤੇ ਪੱਟੀ ਤੋਂ ਬੰਦ ਕਰੀ ਜਾਂਦੇ ਆ, ਕਿਉਂਕਿ ਇਹ ਬਟਨ ਬੰਦ ਇਸ ਲਈ ਕੀਤੇ ਜਾਂਦੇ ਹਨ ਕਿ ਇਹ ਪੱਟੀ ਦੇ ਵਿੱਚ ਜਾਂ ਜਿਹੜੀ ਅਸੀਂ ਫਾਸਨਰ ਲਗਾਏ ਉਹਨਾਂ ਵਿੱਚ ਝੋਲ ਨਾ ਪੈ ਜਾਵੇ। ਇਸ ਬਟਨ ਨੂੰ ਬਟਨ ਹੋਲ ਸਟਿਚ ਨਾਲ ਕੀਤਾ ਜਾਵੇ ਤਾਂ ਇਹ ਬਹੁਤ ਹੀ ਵਧੀਆ ਹੁੰਦਾ ਹੈ ਤੇ ਮਜ਼ਬੂਤ ਦੇ ਨਾਲ ਹੋਲਡ ਹੁੰਦਾ ਵਾ। ਇਹ ਬਟਨ ਪਿੱਤਲ, ਤਾਂਬਾ ਅਤੇ ਸਟੀਲ ਦੇ ਆਦਿ ਪਦਾਰਥਾਂ ਤੋਂ ਬਣੇ ਹੁੰਦੇ ਹਨ। ਇਹ ਤੇ ਸੀ ਫਾਸਟਨਰਸ, ਕਿ ਸਾਡੇ ਫਾਸਟਨਰਸ ਦੀ ਕੀ ਵਰਤੋਂ ਵਾ ਤੇ ਇਹਨਾਂ ਨੂੰ ਕਿਵੇਂ ਅਸੀਂ ਲਗਾ ਸਕਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਟ੍ਰਿਮਿੰਗ ਦੀ। ਕੱਪੜੇ ਦੀ ਸੁੰਦਰਤਾ ਵਧਾਉਣ ਲਈ ਆਮ ਤੌਰ ਤੇ ਟ੍ਰਿਮਰਸ ਦੀ ਵਰਤੋਂ ਕੀਤੀ ਜਾਂਦੀ ਹੈ। ਕੱਪੜੇ ਦੇ ਨਿਰਮਾਣ ਵਿੱਚ ਕੱਪੜਾ ਬਣਾਉਣ ਲਈ ਸਿਰਫ ਫੈਬਰਿਕ ਹੀ ਸਮੱਗਰੀ ਨਹੀਂ ਹੁੰਦਾ। ਸਜਾਵਟੀ ਕਾਰਜਕਾਰੀ ਉਦੇਸ਼ਾਂ ਲਈ ਇੱਥੇ ਕਈ ਉਪਕਰਨ ਵਰਤੇ ਜਾਂਦੇ ਹਨ, ਜਿੱਥੇ ਇੱਕ ਨੂੰ ਟ੍ਰਿਮਿੰਗ ਜਾਂ ਟ੍ਰਿਮ ਉਪਕਰਨ ਕਿਹਾ ਜਾਂਦਾ ਹੈ।
ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਈ ਵੀ ਅਸੀਂ ਫੈਬਰਿਕ ਜਾਂ ਗਾਰਮੈਂਟਸ ਬਣਾਉਣਾ ਵਾ, ਉਹਦੇ ਲਈ ਸਾਨੂੰ ਇੱਕ ਕੱਪੜਾ ਹੀ ਨਹੀਂ ਜ਼ਰੂਰੀ ਹੁੰਦਾ, ਉਹਦੇ ਲਈ ਸਾਨੂੰ ਸਜਾਵਟ ਦੇ ਮਟੀਰੀਅਲ ਦੀ ਵੀ ਲੋੜ ਪੈਂਦੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਟ੍ਰਿਮਰਸ ਜਾਂ ਟ੍ਰਿਮਿੰਗ। ਕੱਪੜੇ ਦੇ ਟ੍ਰਿਮਰ ਕੀ ਹੁੰਦੇ ਹਨ? ਕੱਪੜੇ ਅਤੇ ਸਜਾਵਟ ਦੀ ਵਿੱਚ ਟ੍ਰਿਮਰਸ ਜਾਂ ਟ੍ਰਿਮਿੰਗ ਲਾਗੂ ਕੀਤੇ ਗਏ ਹੁੰਦੇ ਹਨ, ਜਿਵੇਂ ਕਿ ਰਿਬਨ, ਪਾਈਪਿੰਗ ਆਦਿ। ਇਸੇ ਹੀ ਤਰ੍ਹਾਂ ਟ੍ਰਿਮਰਸ ਜਾਂ ਟ੍ਰਿਮਿੰਗ ਕੱਪੜੇ ਨੂੰ ਮਹਿੰਗਾ ਅਤੇ ਉੱਚਾ ਰੁਤਬਾ ਦਿੰਦੇ ਹਨ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਕੱਪੜਾ ਬਣਾਉਣ ਲਈ ਜਾਂ ਇੱਕ ਅਸੀਂ ਫੋਰ ਐਗਜ਼ਾਮਪਲ ਕਿ ਅਸੀਂ ਇੱਕ ਸੂਟ ਬਣਾਉਣੇ ਆ, ਇੱਕ ਪਲੇਨ ਸੂਟ ਨੂੰ ਅਸੀਂ ਕਿਵੇਂ ਡਿਜ਼ਾਈਨ ਕਰਾਂਗੇ? ਉਹਦੇ ਉੱਪਰ ਅਸੀਂ ਡੈਕੋਰੇਸ਼ਨ ਦਾ ਮਟੀਰੀਅਲ ਲਗਾ ਕੇ, ਉਸ ਦੇ ਉੱਪਰ ਅਸੀਂ ਲੈਸ, ਬਟਨ ਜਾਂ ਕੋਈ ਵੀ ਐਮਬ੍ਰੋਇਡਰੀ ਕਰਕੇ ਉਸ ਨੂੰ ਅਸੀਂ ਉੱਚਾ ਰੁਤਬਾ ਇਸ ਲਈ ਦੇ ਸਕਦੇ ਹਾਂ ਕਿ ਉਹ ਇੱਕ ਜਦੋਂ ਅਸੀਂ ਉਸਨੂੰ ਡੈਕੋਰੇਟ ਕਰਾਂਗੇ ਤਾਂ ਉਹ ਇੱਕ ਵਧੀਆ ਲੁੱਕ ਦਊਗਾ ਤੇ ਉਹ ਇੱਕ ਉੱਚੇ ਰੁਤਬੇ ਦਾ ਬਣੂਗਾ। ਇਸ ਲਈ ਇਸ ਨੂੰ ਕਿਹਾ ਜਾਂਦਾ ਹੈ ਕਿ ਕੱਪੜਾ ਜਿਹੜਾ ਟ੍ਰਿਮਰਸ ਦਾ, ਇਸ ਨੂੰ ਸਜਾਉਣ ਨਾਲ ਕੱਪੜਾ ਵਧੀਆ ਲੁੱਕ ਦਿੰਦਾ ਹੈ ਤੇ ਇੱਕ ਉੱਚੇ ਰੁਤਬੇ ਦਾ ਬਣ ਜਾਂਦਾ ਹੈ। ਹੁਣ ਟ੍ਰਿਮਿੰਗ ਵਿੱਚ ਅਸੀਂ ਪਿੰਕਿੰਗ ਸੀਜ਼ਰ ਦੀ ਵੀ ਵਰਤੋਂ ਕਰਦੇ ਹਾਂ। ਪਿੰਕਿੰਗ ਸੀਜ਼ਰ ਦਾ ਇਸ ਵਿੱਚ ਕੀ ਫੰਕਸ਼ਨ ਹੈ? ਪਿੰਕਿੰਗ ਸੀਜ਼ਰ ਨੂੰ ਕਟਾਉਣ ਵਾਲੀ ਕੈਂਚੀ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕੱਪੜੇ ਦੀ ਫਿਨਿਸ਼ਿੰਗ ਲਈ ਕੀਤੀ ਜਾਂਦੀ ਹੈ। ਇਹ ਕੱਪੜੇ ਦੇ ਸਜਾਵਟ ਕਰਨ ਦੇ ਕੰਮ ਵਿੱਚ ਆਉਂਦੀ ਹੈ, ਜਿਵੇਂ ਕਿ ਜ਼ਿਗਜ਼ੈਗ ਪੈਟਰਨ ਨਾਲ ਅਸੀਂ ਕੱਪੜੇ ਦੇ ਡਿਜ਼ਾਈਨ ਕਰ ਸਕਦੇ ਹਾਂ। ਪਿੰਕਿੰਗ ਸੀਜ਼ਰ ਦੀ ਵਰਤੋਂ ਬੇਸਿਕਲ ਕੱਪੜੇ ਦੀ ਫਿਨਿਸ਼ਿੰਗ ਲਈ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਅਸੀਂ ਪਿਕਚਰ ਵਿੱਚ ਵੇਖ ਰਹੇ ਹਾਂ ਕਿ ਇਸ ਦਾ ਆਕਾਰ ਜ਼ਿਗਜ਼ੈਗ ਪੈਟਰਨ ਦਾ ਬਣਿਆ ਹੋਇਆ ਹੈ। ਜਿਵੇਂ ਕਿ ਫਸਟ ਸਲਾਈਡ ਵਿੱਚ ਅਸੀਂ ਵੇਖ ਰਹੇ ਹਾਂ ਕਿ ਇੱਕ ਸੀਜ਼ਰ, ਪਿੰਕਿੰਗ ਸੀਜ਼ਰ ਹੈ, ਤੇ ਉਹਦਾ ਆਕਾਰ ਹੈ ਜ਼ਿਗਜ਼ੈਗ ਪੈਟਰਨ ਹੈ ਵਿੱਚ ਬਣਿਆ ਹੋਇਆ ਹੈ, ਤੇ ਇਹ ਕੱਪੜੇ ਦੀ ਡਿਜ਼ਾਈਨ ਪਾਉਣ ਵਿੱਚ ਹੈਲਪ ਕਰਦੀ ਹੈ। ਇਸ ਤੋਂ ਇਲਾਵਾ ਕਈ ਵਸਤੂਆਂ ਨੂੰ ਵੀ ਅਸੀਂ ਇਸ ਦੇ ਨਾਲ ਡਿਜ਼ਾਈਨ ਕਰ ਸਕਦੇ ਹਾਂ, ਜਿਵੇਂ ਪੇਪਰ ਦੀ ਕਟਿੰਗ ਕਰਕੇ ਅਸੀਂ ਕੋਈ ਵੀ ਪ੍ਰੋਜੈਕਟ ਵਰਕ ਬਣਾ ਸਕਦੇ ਹਾਂ। ਪੇਪਰ ਦੇ ਨਾਲ ਇਹਦੀ ਕਟਿੰਗ ਕਰਕੇ ਸ਼ੇਪਸ ਦੇ ਕੇ ਇਹਦੇ ਨਾਲ ਕੋਈ ਵੀ ਅਸੀਂ ਫਲਾਵਰ ਬਣਾ ਸਕਦੇ ਹਾਂ। ਔਰ ਦੈਨ ਸੈਕਿੰਡ ਸਲਾਈਡ ਵਿੱਚ ਅਸੀਂ ਵਿਖਾਇਆ ਵਾ ਕਿ ਕਿਸ ਤਰ੍ਹਾਂ ਇਹ ਕੱਪੜੇ ਦੇ ਉੱਪਰ ਇਸ ਦੀ ਕਟਿੰਗ ਕਰਕੇ ਇਸ ਦਾ ਪੈਟਰਨ ਦੇ ਨਾਲ ਅਸੀਂ ਡਿਜ਼ਾਈਨ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਗੱਲ ਕਰਦੇ ਹਾਂ ਵੱਖ-ਵੱਖ ਪ੍ਰਕਾਰ ਦੇ ਟ੍ਰਿਮਰਸ ਦੀ। ਜਿਵੇਂ ਕਿ ਸਾਨੂੰ ਪਤਾ ਹੀ ਆ ਕਿ ਸਜਾਉਣ ਲਈ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਪੈਂਦੀ ਹੈ, ਜਿਵੇਂ ਕਿ ਲੈਸ, ਪਾਈਪਿੰਗ, ਸ਼ੋਲਡਰ ਪੈਡ, ਮੋਤੀ, ਰਿਬਨ ਅਤੇ ਸਜਾਵਟੀ ਬਟਨ ਦੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਲੈਸ ਦੀ। ਲੈਸ ਦਾ ਪ੍ਰਯੋਗ ਡਿਜ਼ਾਈਨ ਦੇ ਖੇਤਰ ਵਿੱਚ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਲੈਸ ਬਣਾਉਣ ਲਈ ਪਹਿਲਾਂ ਕਾਰੀਗਰ ਹੱਥਾਂ ਨਾਲ ਕੰਮ ਕਰਦੇ ਸਨ, ਪਰ ਅੱਜ ਕੱਲ੍ਹ ਮਸ਼ੀਨੀਕਰਨ ਦੇ ਯੁੱਗ ਵਿੱਚ ਮਸ਼ੀਨਾਂ ਨਾਲ ਲੈਸ ਨਵੇਂ-ਨਵੇਂ ਡਿਜ਼ਾਈਨ ਮਾਰਕੀਟ ਵਿੱਚ ਆ ਰਹੇ ਹਨ। ਲੈਸ ਬਣਾਉਣ ਵਾਲੇ ਧਾਗੇ ਨੂੰ ਲੂਪ ਬਣਾ ਕੇ ਘੁਮਾਇਆ ਜਾਂਦਾ ਹੈ ਅਤੇ ਮੋੜਿਆ ਜਾਂਦਾ ਹੈ ਅਤੇ ਦੂਜੇ ਧਾਗੇ ਨਾਲ ਲਪੇਟਿਆ ਜਾਂਦਾ ਹੈ। ਸਾਨੂੰ ਜਿਵੇਂ ਹੁਣ ਸਾਰਿਆਂ ਨੂੰ ਪਤਾ ਹੈ ਕਿ ਇੱਕ ਫੈਸ਼ਨ ਦੇ ਜਿਹੜੇ ਸਟੂਡੈਂਟਸ ਵਾ, ਉਹਨਾਂ ਲਈ ਇਹ ਜਿਹੜੇ ਹੈਗੇ ਆ ਟੌਪਿਕ ਵਾ, ਉਹ ਕਿੰਨੇ ਇੰਪੋਰਟੈਂਟ ਵਾ, ਇਹ ਕਿੰਨੇ ਜ਼ਰੂਰੀ ਹਨ ਕਿ ਜਦੋਂ ਅਸੀਂ ਡਿਜ਼ਾਈਨ ਕਰਦੇ ਸਮੇਂ ਸਾਨੂੰ ਇਹ ਕਿਹੜੇ ਟ੍ਰਿਮਰਸ ਦੀ ਲੋੜ ਪੈਂਦੀ ਆ। ਲੈਸ ਦਾ ਪ੍ਰਯੋਗ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਜਿਵੇਂ ਕਿ ਲੈਸ ਜਿਹੜੀ ਆ, ਪਹਿਲਾਂ ਵੀ ਇਹ ਲੈਸ ਅੱਜ ਹੀ ਨਹੀਂ ਅਸੀਂ ਇਹਦਾ ਪ੍ਰਯੋਗ ਕਰਦੇ ਕਿ ਇਹ ਡਿਜ਼ਾਈਨਿੰਗ ਲਈ ਹੋਣੀ ਹੀ ਨਹੀਂ ਬਣੀ, ਇਹ ਕਈ ਸਮੇਂ ਤੋਂ ਚੱਲਦੀ ਆ ਰਹੀ ਹੈ। ਫਰਕ ਇਹ ਆ ਕਿ ਪਹਿਲਾਂ ਸਿੰਪਲ ਲੈਸ ਡਿਜ਼ਾਈਨ ਕਰਦੇ ਸਨ, ਜਿਵੇਂ ਮਹਾਰਾਜੇ ਦੇ ਜਿਹੜੀ ਲੈਸ, ਉਹਨਾਂ ਦੀ ਜਿਹੜੀ ਡਰੈਸ ਦੇ ਉੱਪਰ ਅਸੀਂ ਮਤਲਬ ਡਿਜ਼ਾਈਨਿੰਗ ਕਰਦੇ ਸੀ ਲੈਸ ਦੀ, ਉਹ ਤਾਂਬੇ, ਚਾਂਦੀ ਆਦਿ, ਸੋਨੇ ਆਦਿ ਹੁੰਦੇ ਸਨ। ਅਤੇ ਜਿਹੜੀ ਹੁਣ ਜਿਵੇਂ ਡਿਜ਼ਾਈਨਿੰਗ ਵਾ ਲੈਸ, ਉਹ ਲੈਸ ਅਸੀਂ ਮਿਰਰ ਵਰਕ ਨਾਲ ਅਸੀਂ, ਜਿਵੇਂ ਕਿ ਗੋਟਾ ਪੱਟੀ, ਥ੍ਰੈਡ ਦੇ ਨਾਲ ਅਸੀਂ ਇਸ ਮਟੀਰੀਅਲ ਦੇ ਨਾਲ ਅਸੀਂ ਇਸ ਨੂੰ ਕਰਦੇ ਹਾਂ। ਮਤਲਬ ਕਿ ਇਹਨੂੰ ਲੈਸ ਅਸੀਂ ਥ੍ਰੈਡ ਵਰਕ ਦੇ ਨਾਲ ਵੀ ਬਣਾਉਂਦੇ ਹਨ, ਅਤੇ ਇਹਨੂੰ ਪਹਿਲਾਂ ਹੱਥਾਂ ਦੇ ਨਾਲ ਵੀ ਬਣਾਇਆ ਜਾਂਦਾ ਸੀ, ਜਿਵੇਂ ਲੇਡੀਜ਼ ਕਰੋਸ਼ੀਏ ਦੇ ਨਾਲ ਕੰਮ ਕਰਦੀਆਂ, ਨੀਟਿੰਗ ਦਾ ਕੰਮ ਕਰਦੀਆਂ ਹਨ। ਅਤੇ ਇਸ ਦੇ ਲੈਸ ਲਈ ਕਈ ਤਰ੍ਹਾਂ ਦੇ ਮਟੀਰੀਅਲ ਦਾ ਪ੍ਰਯੋਗ ਕੀਤਾ ਜਾਂਦਾ ਹੈ। ਲੈਸ ਕਾਟਨ, ਸਿਲਕ, ਲੀਲਨ ਆਦਿ ਦੇ ਪ੍ਰਯੋਗ ਨਾਲ ਵੀ ਕੀਤਾ ਜਾਂਦਾ ਹੈ, ਪਰ ਮੌਕੇ ਦੇ ਹਿਸਾਬ ਨਾਲ ਕਾਰੀਗਰ ਲੈਸ
ਬਣਾਉਣ ਲਈ ਸੋਨਾ, ਚਾਂਦੀ, ਕਾਪਰ ਅਤੇ ਪਤਲੇ ਭਾਗ ਦੀ ਵਰਤੋਂ ਵੀ ਕਰਦੇ ਹਨ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਪਹਿਲਾਂ ਚਾਂਦੀ, ਸੋਨਾ ਦੇ ਜਿਵੇਂ ਉੱਚੇ ਰੁਤਬੇ ਦੇ ਲੋਕ ਸਨ, ਜਿਹੜੇ ਉੱਚੇ ਵਰਗ ਦੇ ਲੋਕ ਸਨ, ਉਹ ਏਦਾਂ ਦੇ ਮਟੀਰੀਅਲ ਲੈਸ ਦੇ ਰੂਪ ਵਿੱਚ ਲਾਉਂਦੇ ਸਨ, ਆਪਣੇ ਕੱਪੜਿਆਂ ਦੇ ਉੱਪਰ ਡਿਜ਼ਾਈਨ ਕਰਵਾਉਂਦੇ ਸਨ। ਹੁਣ ਲੈਸ ਦੀਆਂ ਟਾਈਪਸ। ਲੈਸ ਲੈਸ ਬਣਾਉਣ ਲਈ ਪ੍ਰਕਿਰਿਆ ਦੇ ਹਿਸਾਬ ਦੇ ਨਾਲ ਹੀ ਕੰਮ ਕਰਦਾ ਹੈ। ਲੈਸ ਦੀਆਂ ਕਈ ਟਾਈਪਸ ਹਨ, ਜਿਵੇਂ ਕਟ ਵਰਕ ਲੈਸ, ਨੀਟਿੰਗ ਲੈਸ, ਉਸ ਤੋਂ ਬਾਅਦ ਅਸੀਂ ਕਾਟਨ ਦੀ ਲੈਸ ਬਣਾਉਣੇ ਆ, ਜਾਂ ਕੁਛ ਵੀ ਫੋਰ ਐਗਜ਼ਾਮਪਲ ਕਿ ਅਸੀਂ ਮਾਰਕੀਟ ਵਿੱਚ ਕਈ ਤਰ੍ਹਾਂ ਦੀਆਂ ਲੈਸ ਅਵੇਲੇਬਲ ਸਾਨੂੰ ਮਿਲ ਜਾਂਦੀਆਂ ਹਨ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪਾਈਪਿੰਗ ਦੀ। ਪਾਈਪਿੰਗ ਬਾਜ਼ਾਰੂ ਤੇ ਘਰੇਲੂ ਦੋਨੋਂ ਤਰ੍ਹਾਂ ਦੀ ਹੁੰਦੀ ਹੈ। ਇਹ ਉਰੇਪ ਹੁੰਦੀ ਹੈ, ਕੱਪੜੇ ਦਾ ਫਰਕ ਹੁੰਦਾ ਹੈ। ਇਹ ਲੇਡੀਜ਼ ਬਲਾਊਜ਼, ਕਮੀਜ਼, ਫਰੋਕਾਂ ਆਦਿ ਜਿੰਨੀ ਵੀ ਹੋ ਸਕੇ ਬਰੀਕ ਪਾਈਪਿੰਗ ਲਗਾਉਣੀ ਚਾਹੀਦੀ ਹੈ। ਇਸ ਦੀ ਡੋਰੀ ਵੀ ਬਣਾ ਕੇ ਅਸੀਂ ਲਗਾ ਸਕਦੇ ਹਾਂ। ਹੁਣ ਜਿਵੇਂ ਸਾਨੂੰ ਪਤਾ ਹੈ ਕਿ ਪਾਈਪਿੰਗ ਜਿਹੜੀ ਆ ਅਸੀਂ ਘਰ ਵੀ ਬਣਾ ਸਕਦੇ ਹਾਂ, ਤੇ ਸਾਨੂੰ ਬਾਜ਼ਾਰ ਤੋਂ ਬਣੀ ਵੀ ਪਾਈਪਿੰਗ ਮਿਲਦੀ ਹੈ। ਫੋਰ ਐਗਜ਼ਾਮਪਲ ਕਿ ਅਸੀਂ ਕੋਈ ਮੈਚਿੰਗ ਡਰੈਸ ਬਣਾਉਣੀ ਆ, ਜਿਵੇਂ ਮੰਨ ਲਓ ਕਿ ਅਸੀਂ ਇੱਕ ਗਾਊਨ ਜਾਂ ਇੱਕ ਸੂਟ ਬਣਾ ਰਹੇ ਹਾਂ, ਉਹਦੇ ਲਈ ਸਾਨੂੰ ਮੈਚਿੰਗ ਪਲੇਨ ਕੱਪੜੇ ਦੀ ਲੋੜ ਪਊਗੀ, ਜਿਹੜੀ ਅਸੀਂ ਘਰ ਵਿੱਚ ਬਣਾ ਸਕਦੇ ਹਾਂ। ਪਾਈਪਿੰਗ ਉਸ ਦਾ ਔਰੇਪ ਪੀਸ ਕੱਟ ਕੇ ਅਸੀਂ ਕੋਈ ਵੀ ਡਿਜ਼ਾਈਨਿੰਗ ਦੇ ਕਿਸੇ ਵੀ ਏਰੀਏ ਵਿੱਚ ਉਸ ਦੀ ਡਿਜ਼ਾਈਨਿੰਗ ਕਰ ਸਕਦੇ ਹਾਂ ਪਾਈਪਿੰਗ ਦੀ। ਇਸ ਤੋਂ ਬਾਅਦ ਪਾਈਪਿੰਗ ਲੇਡੀਜ਼ ਬਲਾਊਜ਼ ਅਤੇ ਕਮੀਜ਼, ਫਰੋਕਾਂ ਆਦਿ ਵੀ ਇਸ ਦੀ ਡਿਜ਼ਾਈਨਿੰਗ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਮੈਂ ਫਸਟ ਸਲਾਈਡ ਵਿੱਚ ਵਿਖਾਇਆ ਹੈ ਕਿ ਇੱਕ ਨੈਕ ਦੇ ਉੱਪਰ ਕਿਸ ਤਰ੍ਹਾਂ ਇਸ ਦੀ ਡਿਜ਼ਾਈਨਿੰਗ ਹੋਈ ਆ, ਤੇ ਸੈਕਿੰਡ ਸਲਾਈਡ ਵਿੱਚ ਅਸੀਂ ਵੇਖ ਰਹੇ ਹਾਂ ਪਿਕਚਰ ਵਿੱਚ ਕਿ ਇੱਕ ਫਰੋਕ ਦੇ ਉੱਪਰ ਇਸ ਪਾਈਪਿੰਗ ਨੂੰ ਕਿਵੇਂ ਡਿਜ਼ਾਈਨ ਕੀਤਾ ਹੋਇਆ ਵਾ। ਪਾਈਪਿੰਗ ਕਈ ਪ੍ਰਕਾਰ ਦੀ ਹੁੰਦੀ ਹੈ, ਜਿਵੇਂ ਔਰੇਪ ਪਾਈਪਿੰਗ, ਕਾਰਡਿੰਗ ਪਾਈਪਿੰਗ, ਰੋਲਿੰਗ ਪਾਈਪਿੰਗ। ਔਰੇਪ ਪਾਈਪਿੰਗ ਚੌਰਸ ਕੱਪੜੇ ਨੂੰ ਤਿਕੋਣਾ ਕੱਟ ਕੇ ਜਿਹੜੀ ਪਾਈਪਿੰਗ ਤਿਰਛੀ ਬਣਾਈ ਜਾਵੇ ਉਸ ਨੂੰ ਔਰੇਪ ਪਾਈਪਿੰਗ ਕਿਹਾ ਜਾਂਦਾ ਹੈ। ਕਾਰਡਿੰਗ ਪਾਈਪਿੰਗ, ਇਹ ਪਾਈਪਿੰਗ ਜਿਹੜੀ ਪਾਈਪਿੰਗ ਅਸੀਂ ਡੋਰੀ ਬਣਾਉਣੇ ਹਾਂ ਉਸ ਪਾਈਪਿੰਗ ਨੂੰ ਕਿਹਾ ਜਾਂਦਾ ਹੈ, ਅਤੇ ਇਸ ਦੀ ਜਿਹੜੀ ਕੁਸ਼ਨ ਅਤੇ ਕਢਾਈ ਦੀਆਂ ਵਸਤਾਂ ਦੇ ਲਈ ਲਗਾਈ ਜਾਂਦੀ ਹੈ। ਰੋਲਿੰਗ ਪਾਈਪਿੰਗ, ਇਹ ਪਾਈਪਿੰਗ ਬਾਰਡਰ ਟਾਈਪ ਲਗਾਈ ਜਾਂਦੀ ਹੈ। ਇਹ ਕਢਾਈ ਦੇ ਵਸਤਰਾਂ ਅਤੇ ਲੇਡੀਜ਼ ਕੱਪੜਿਆਂ ਤੇ ਲਗਾਈ ਜਾਂਦੀ ਹੈ। ਇਹ ਪਾਈਪਿੰਗ ਲਗਾਉਂਦੇ ਸਮੇਂ ਥੋੜੀ ਜਿਹੀ ਢਿੱਲੀ ਲਗਾਈ ਜਾਂਦੀ ਹੈ, ਇਸ ਲਈ ਇਸ ਨੂੰ ਅਸੀਂ ਰੋਲਿੰਗ ਪਾਈਪਿੰਗ ਕਿਹਾ ਜਾਂਦਾ ਹੈ। ਦੂਜੀ ਤਰ੍ਹਾਂ ਇਹ ਪਾਈਪਿੰਗ ਸਿਲਾਈ ਕਰਕੇ ਵੀ ਅਸੀਂ ਲਗਾ ਸਕਦੇ ਹਾਂ, ਅਤੇ ਜਿਸ ਦੇ ਬਟਨ ਬਣਾਉਂਦੇ ਹਨ, ਜਿਵੇਂ ਕਿ ਅਸੀਂ ਪਾਈਪਿੰਗ ਵਿੱਚ ਬਟਨਸ ਬਣਾ ਕੇ ਵੀ ਲਾਉਣੇ ਆ। ਇੱਕ ਸਾਈਡ ਤੇ ਅਸੀਂ ਕੁੜਤਾ ਪੱਟੀ, ਫੋਰ ਐਗਜ਼ਾਮਪਲ ਕਿ ਅਸੀਂ ਕੁੜਤਾ ਪੱਟੀ ਬਣਾਈ ਆ, ਇੱਕ ਸਾਈਡ ਤੇ ਉਹਦੇ ਲੂਪਸ ਬਣਾਵਾਂਗੇ, ਦੂਜੀ ਸਾਈਡ ਤੇ ਅਸੀਂ ਬਟਨ ਲਗਾਵਾਂਗੇ, ਤੇ ਇਸ ਪਾਈਪਿੰਗ ਦਾ ਉੱਥੇ ਵੀ ਇਸਤੇਮਾਲ ਹੁੰਦਾ ਹੈ। ਉਸ ਤੋਂ ਬਾਅਦ ਆ ਗਏ ਸਾਡੇ ਸ਼ੋਲਡਰ ਪੈਡ। ਸ਼ੋਲਡਰ ਪੈਡ ਆਮ ਤੌਰ ਤੇ ਮੋਢਿਆਂ ਨੂੰ ਢੱਕਣ ਲਈ ਵਰਤੇ ਜਾਂਦੇ ਹਨ। ਇਹ ਦੋਨੋਂ ਆਦਮੀਆਂ ਅਤੇ ਇਸਤਰੀਆਂ ਲਈ ਬਣਾਏ ਜਾਂਦੇ ਹਨ। ਇਹ ਆਮ ਤੌਰ ਤੇ ਫੋਮ ਦੇ ਬਣੇ ਹੁੰਦੇ ਹਨ। ਇਹ ਮੋਢਿਆਂ ਦੀ ਅੰਦਰਲੇ ਹਿੱਸੇ ਨੂੰ ਸੁਰੱਖਿਅਤ ਰੱਖਣ ਲਈ ਬਣੇ ਹੁੰਦੇ ਹਨ। ਹੁਣ ਜਿਵੇਂ ਅਸੀਂ ਫਸਟ ਸਲਾਈਡ ਵਿੱਚ ਵੇਖ ਰਹੇ ਹਾਂ ਕਿ ਇੱਕ ਸ਼ੋਲਡਰ ਕੀ ਪੈਡ, ਇਹ ਪੈਡ ਹੁੰਦੇ ਕੀ ਹਨ, ਠੀਕ ਹੈ। ਸੈਕਿੰਡ ਸਲਾਈਡ ਵਿੱਚ ਅਸੀਂ ਦੇਖ ਰਹੇ ਹਾਂ ਕਿ ਫੋਮ ਦਾ ਜਿਹੜਾ ਇਸਤੇਮਾਲ ਉਹ ਕਿਵੇਂ ਕੀਤਾ ਵਾ, ਕਿ ਜਿਵੇਂ ਸ਼ੋਲਡਰ ਏਰੀਆ ਨੂੰ ਇਹਨੇ ਕਿਸ ਤਰ੍ਹਾਂ ਕਵਰ ਕੀਤਾ ਤੇ ਇਹਦੇ ਉੱਪਰ ਅਸੀਂ ਕਿੱਦਾਂ ਇਹਦਾ ਇਸਤੇਮਾਲ ਕਰਨਾ ਹੈ। ਸ਼ੋਲਡਰ ਪੈਡ ਮੋਢਿਆਂ ਨੂੰ ਢੱਕਣ ਲਈ ਵਰਤੇ ਜਾਂਦੇ ਹਨ। ਇਹ ਦੋਨਾਂ ਇਸਤਰੀਆਂ ਅਤੇ ਔਰਤਾਂ ਲਈ ਬਣੇ ਹੁੰਦੇ ਹਨ। ਸ਼ੋਲਡਰ ਪੈਡ ਆਮ ਤੌਰ ਤੇ ਕੋਟ ਵਿੱਚ ਲਗਾਉਂਦੇ ਹਾਂ। ਜੈਂਟਸ ਕੋਟ ਵਿੱਚ 2 ਸ਼ੋਲਡਰ ਪੈਡ ਲੱਗਦੇ ਹਨ ਅਤੇ ਲੇਡੀਜ਼ ਵਿੱਚ ਇੱਕ ਹੀ ਲੱਗਦਾ ਹੈ। ਲੇਡੀਜ਼ ਵਿੱਚ ਇੱਕ ਹੀ ਸ਼ੋਲਡਰ ਪੈਡ ਨੂੰ ਸੈਂਟਰ ਵਿੱਚੋਂ ਕੱਟ ਕੇ ਅਸੀਂ ਉਸ ਨੂੰ 2 ਹਿੱਸੇ ਬਣਾ ਲੈਂਦੇ ਹਨ ਅਤੇ ਲੇਡੀਜ਼ ਦੇ ਸ਼ੋਲਡਰ ਵਿੱਚ ਪੈਡ ਇਸਤੇਮਾਲ ਕਰਦੇ ਹਾਂ। ਇਹ ਸ਼ੋਲਡਰ ਪੈਡ ਮੋਢੇ ਉੱਪਰੋਂ ਲਗਾਇਆ ਜਾਂਦਾ ਹੈ। ਜਦੋਂ ਕੱਪੜੇ ਉੱਪਰ ਲੇਸ ਲੱਗਦੀ ਹੈ ਤਾਂ ਇਸ ਨੂੰ ਅਸੀਂ ਕੱਪੜੇ ਉੱਪਰ ਪਹਿਲਾਂ ਹੀ ਚਿਪਕਾਇਆ ਹੁੰਦਾ ਹੈ। ਇਸ ਤੋਂ ਬਾਅਦ ਅਸੀਂ ਇਹ ਸ਼ੋਲਡਰ ਪੈਡ ਰੱਖਦੇ ਹਾਂ ਤੇ ਇਸ ਨੂੰ ਕੱਚਾ ਕਰ ਲੈਂਦੇ ਹਾਂ। ਉਸ ਤੋਂ ਬਾਅਦ ਫਿਰ ਲਾਈਨਿੰਗ ਉੱਪਰ ਇਸਤੇਮਾਲ ਕਰਦੇ ਹਾਂ, ਜਿਸ ਨਾਲ ਕੋਟ ਵਿੱਚ ਸ਼ੋਲਡਰ ਪੈਡ ਦਿਖਾਈ ਦਿੰਦੇ ਹਨ। ਅਗਰ ਇਸ ਨੂੰ ਅਸੀਂ ਬਾਹਰੋਂ ਟੱਚ ਕਰਾਂਗੇ ਤਾਂ ਇਹ ਦੇਖਣ ਵਿੱਚ ਬਹੁਤ ਹੀ ਹਾਰਡ ਅਤੇ ਸਖਤ ਲੱਗਦੇ ਹਨ, ਜਿਸ ਤੇ ਸਾਨੂੰ ਪਤਾ ਲੱਗਦਾ ਹੈ ਕਿ ਇਸ ਦੇ ਅੰਦਰ ਸ਼ੋਲਡਰ ਪੈਡ ਲੱਗਿਆ ਹੈ।
ਇਸ ਤੋਂ ਇਲਾਵਾ ਇਹ ਬਸਟ ਪੁਆਇੰਟ ਤੇ ਜਿਹੜੀ ਕੌਲ ਲੱਗਦੇ ਹਨ, ਜਿਵੇਂ ਕਿ ਮਾਰਕੀਟ ਵਿੱਚ ਇਹ ਸਾਨੂੰ ਬੜੇ ਹੀ ਆਸਾਨੀ ਨਾਲ ਮਿਲ ਜਾਂਦੇ ਹਨ। ਜਿਵੇਂ ਕਿ ਅਸੀਂ ਲੇਡੀਜ਼ ਡਰੈਸ, ਜਿਵੇਂ ਕਿ ਕੋਈ ਗਾਊਨ ਵਗੈਰਾ ਬਣਾਉਣਾ ਹੋਵੇ, ਜਿਵੇਂ ਅਸੀਂ ਕੋਈ ਵੀ ਡਰੈਸ, ਲੇਡੀ ਡਰੈਸ, ਫੈਂਸੀ ਡਰੈਸ ਬਣਾਉਣੇ ਆ ਤੇ ਉੱਥੇ ਵੀ ਇਹਨਾਂ ਦੀ ਵਰਤੋਂ ਹੁੰਦੀ ਹੈ। ਬਲਾਊਜ਼ ਦੇ ਕੱਪੜਿਆਂ ਦੇ ਵਿਚਕਾਰ ਰੱਖ ਕੇ ਇਸ ਨੂੰ ਸੈੱਟ ਕਰਕੇ ਉਸ ਦੇ ਉੱਪਰ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਗਾਰਮੈਂਟਸ ਦੀ ਚੰਗੀ ਫਿਟਿੰਗ ਆਉਂਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਮੋਤੀ ਦੀ, ਜਿਵੇਂ ਜਾਨੀ ਕਿ ਬੀਡਸ ਦੀ। ਮੋਤੀ ਇੱਕ ਛੋਟਾ ਜਿਹਾ ਸਜਾਵਟੀ ਵਸਤੂ ਹੈ ਜੋ ਧਾਗੇ ਜਾਂ ਤਾਰ ਨਾਲ ਪਰੋਇਆ ਜਾਂਦਾ ਹੈ। ਇਸ ਦੀ ਵਰਤੋਂ ਕਢਾਈ ਵਿੱਚ ਸਜਾਵਟ ਲਈ ਕੀਤੀ ਜਾਂਦੀ ਹੈ। ਇਹ ਬਹੁਤ ਤਰ੍ਹਾਂ ਦੇ ਮਿਲਦੇ ਹਨ। ਇਹ ਆਮ ਤੌਰ ਤੇ ਸੂਟ, ਸਾੜੀ, ਦੁਪੱਟੇ ਤੇ ਲਗਾਏ ਜਾਂਦੇ ਹਨ। ਹੁਣ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਜਿਵੇਂ ਕਿ ਮੋਤੀ ਵਰਕ ਕਿੰਨਾ ਪ੍ਰਚਲਿਤ ਵਾ। ਅਸੀਂ ਫਸਟ ਸਲਾਈਡ ਵਿੱਚ ਵੇਖ ਰਹੇ ਹਾਂ ਕਿ ਇੱਕ ਬਲਾਊਜ਼ ਦੇ ਉੱਪਰ ਮੋਤੀ ਵਰਕ ਹੋਇਆ ਵਾ, ਤੇ ਸੈਕਿੰਡ ਸਲਾਈਡ ਵਿੱਚ ਵਿਖਾਇਆ ਵਾ ਕਿ ਇੱਕ ਦੁਪੱਟੇ ਦੇ ਕਿਨਾਰੇ ਤੇ ਕਿਸ ਤਰ੍ਹਾਂ ਇਹਦੇ ਮੋਤੀ ਵਰਕ ਦੀ ਲੈਸ ਲੱਗੀ ਹੋਈ ਆ। ਮੋਤੀ ਵਰਕ ਕਢਾਈ ਵਾਸਤੇ ਵਰਤਿਆ ਜਾਂਦਾ ਹੈ। ਅੱਜ ਦੇ ਫੈਸ਼ਨ ਦੇ ਯੁੱਗ ਵਿੱਚ ਮੋਤੀ ਵਰਕ ਜਿਹੜਾ ਮਾਰਕੀਟ ਵਿੱਚ ਸਾਨੂੰ ਆਸਾਨੀ ਨਾਲ ਮਿਲਦਾ ਹੈ, ਕਿ ਜਿਵੇਂ ਅਸੀਂ ਮਾਰਕੀਟ ਵਿੱਚ ਕੋਈ ਵੀ ਡਰੈਸ ਲੈਣ ਜਾਂਦੇ ਹਾਂ, ਅੱਜ ਕੱਲ ਮੋਤੀ ਵਰਕ ਦਾ ਜਾਂ ਬੀਡਸ ਵਰਕ ਦਾ ਬਹੁਤ ਟ੍ਰੈਂਡ ਵਾ, ਤੇ ਇਹ ਗਾਊਨ ਔਰ ਟਿਊਨਿੰਗਸ ਦੇ ਉੱਪਰ ਇਹਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਿਰਫ ਲੇਡੀਜ਼ ਦੇ ਕੱਪੜਿਆਂ ਉੱਪਰ ਨਹੀਂ ਹੁੰਦੀ ਇਸ ਦੀ ਵਰਤੋਂ ਜੈਂਟਸ ਦੇ ਕੱਪੜਿਆਂ ਤੇ ਵੀ ਹੁੰਦੀ ਆ। ਜਿਵੇਂ ਕਿ ਅਸੀਂ ਸ਼ੇਰਵਾਨੀ ਵਿੱਚ ਵੇਖ ਸਕਦੇ ਹਾਂ ਕਿ ਬੀਡਸ ਕਿਵੇਂ ਲੱਗੇ ਹੁੰਦੇ ਹਨ। ਇਸੇ ਤਰ੍ਹਾਂ ਅਸੀਂ ਮਾਰਕੀਟ ਵਿੱਚ ਗਾਊਨ ਜਾਂ ਟਿਊਨਿੰਗ ਦੁਪੱਟੇ ਆਦਿ ਖਰੀਦਦੇ ਹਾਂ ਤਾਂ ਉਹਨਾਂ ਦੇ ਉੱਪਰ ਵੀ ਇਹਨਾਂ ਦਾ ਕੰਮ ਹੋਇਆ ਹੁੰਦਾ ਵਾ। ਇਹ ਸਿਰਫ ਇਹਨਾਂ ਦੀ ਵਰਤੋਂ ਅਸੈਸਰੀ ਵਿੱਚ ਵੀ ਹੁੰਦੀ ਹੈ, ਜਿਵੇਂ ਕਿ ਪਰਸ, ਹੇਅਰ ਬੈਂਡ, ਐਂਡ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਫੁੱਟਵੇਅਰ ਦੀ। ਇਹਨਾਂ ਦੀ ਵਰਤੋਂ ਫੁੱਟਵੇਅਰ 'ਚ ਵੀ ਹੁੰਦੀ ਹੈ, ਜਿਵੇਂ ਕਿ ਅੱਜ ਕੱਲ ਪੰਜਾਬੀ ਜੁੱਤੀ ਬਹੁਤ ਪ੍ਰਚਲਿਤ ਵਾ ਤੇ ਉਹਦੇ ਉੱਪਰ ਬਹੁਤ ਵਧੀਆ ਐਮਬ੍ਰੋਇਡਰੀ ਕੀਤੀ ਹੁੰਦੀ ਹੈ, ਤੇ ਉਹਦੇ ਉੱਪਰ ਵੀ ਇਸ ਦੀ ਡਿਜ਼ਾਈਨਿੰਗ ਮੋਤੀ ਵਰਕ ਨਾਲ ਕੀਤੀ ਹੁੰਦੀ ਹੈ। ਇਹ ਬੱਚਿਆਂ ਦੇ ਕੱਪੜਿਆਂ ਤੇ ਵੀ ਲੱਗਦੇ ਹਨ, ਜਿਵੇਂ ਕਿ ਬੱਚਿਆਂ ਦੇ ਲਹਿੰਗੇ, ਫਰੋਕਸ ਵਗੈਰਾ ਉਹਨਾਂ ਤੇ ਵੀ ਲੱਗਦੇ ਹਨ। ਬਟ ਇਹ ਖਿਆਲ ਰੱਖਣਾ ਪੈਂਦਾ ਹੈ ਕਿ ਬੱਚਿਆਂ ਦੀ ਜਿਹੜੀ ਸਕਿਨ ਹੁੰਦੀ ਹੈ ਸੌਫਟ ਹੁੰਦੀ ਹੈ, ਤੇ ਉਸ ਬੱਚਿਆਂ ਦਾ ਏਰੀਆ ਵੇਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਸ ਏਰੀਏ ਵਿੱਚ ਇਹਦੀ ਡਿਜ਼ਾਈਨਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਹ ਚੁਭਣ ਨਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਜਾਵਟੀ ਬਟਨ ਦੀ। ਸਜਾਵਟੀ ਬਟਨ ਦੀ ਵਰਤੋਂ ਗਾਰਮੈਂਟਸ ਦੀ ਓਪਨਿੰਗ ਏਰੀਆ ਨੂੰ ਸਜਾਵਟੀ ਰੂਪ ਦੇਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨੈਕ ਲਾਈਨ, ਸਲੀਵਸ ਆਦਿ ਇਹਨਾਂ ਦੀ ਵਰਤੋਂ ਵੀ ਡਿਜ਼ਾਈਨਿੰਗ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਡਿਜ਼ਾਈਨਿੰਗ ਬਟਨ ਵੱਖ-ਵੱਖ ਮਟੀਰੀਅਲ, ਆਕਾਰ ਅਤੇ ਸਾਈਜ਼ ਦੇ ਹੁੰਦੇ ਹਨ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਫੈਸ਼ਨ ਦੇ ਯੁੱਗ ਵਿੱਚ ਕਿੰਨਾ ਟ੍ਰੈਂਡ ਵਾ ਇਹ ਬਟਨਸ ਦਾ, ਡੈਕੋਰੇਟ ਮਟੀਰੀਅਲ ਦਾ। ਵੱਖ-ਵੱਖ ਪ੍ਰਕਾਰ ਦੇ ਬਟਨ ਹੁੰਦੇ ਹਨ। ਬਟਨ ਜਿਹੜੇ ਆ ਉਹ ਕੱਪੜੇ ਦੇ ਵੀ ਬਣਦੇ ਹਨ, ਜਿਵੇਂ ਕਿ ਪਹਿਲਾਂ ਪਿੱਛੇ ਮੈਂ ਫਾਸਟਨਰ ਦੇ ਵਿੱਚ ਬਟਨ ਦੀ ਗੱਲ ਕੀਤੀ। ਉਹਦੇ ਵਿੱਚ ਫਰਕ ਇਹ ਸੀ ਕਿ ਉਹ ਫਾਸਟਨਰ ਨੂੰ ਇੱਕ ਜਗ੍ਹਾ ਤੋਂ ਦੂਜੀ ਤਰ੍ਹਾਂ, ਇੱਕ ਕਿਨਾਰੇ ਤੋਂ ਦੂਜੀ ਕਿਨਾਰੇ ਦੇ ਮਤਲਬ ਕਿ ਟਾਈ ਅਪ ਜਾਂ ਹੋਲਡ ਕਰਨ ਵਿੱਚ ਹੈਲਪ ਕਰਦੇ ਨੇ। ਇਹ ਜਿਹੜੇ ਸਜਾਵਟੀ ਬਟਨ ਆ ਇਹ ਸਾਨੂੰ ਇੱਕ ਡਿਜ਼ਾਈਨ ਕਰਨ ਲਈ ਵਰਤੇ ਜਾਂਦੇ ਹਨ, ਜਿਵੇਂ ਜਿਸ ਤਰ੍ਹਾਂ ਕਿ ਅਸੀਂ ਪਿਕਚਰ ਵਿੱਚ ਵੇਖ ਰਹੇ ਹਾਂ ਕਿ ਇੱਕ ਫੈਬਰਿਕ ਦੇ ਬਟਨ ਬਣੇ ਹੋਏ ਹਨ। ਇਹਨਾਂ ਦੇ ਉੱਪਰ ਅਸੀਂ ਐਮਬ੍ਰੋਇਡਰੀ ਵੀ ਕਰ ਸਕਦੇ ਹਾਂ। ਕੋਈ ਵੀ ਸਟਿਚ ਕਰਕੇ ਇਹਨਾਂ ਦੇ ਉੱਪਰ ਅਸੀਂ ਐਮਬ੍ਰੋਇਡਰੀ ਕਰਕੇ ਇਹਨਾਂ ਨੂੰ ਚੰਗੀ ਲੁੱਕ ਅਤੇ ਡਿਜ਼ਾਈਨਦਾਰ ਹੋਰ ਵੀ ਵਧੀਆ ਬਣਾ ਸਕਦੇ ਹਾਂ। ਅਸੀਂ ਵੇਖ ਰਹੇ ਹਾਂ ਕਿਸ ਤਰ੍ਹਾਂ ਇੱਕ ਨੈਕ ਲਾਈਨਸ ਦੇ ਉੱਪਰ ਇਸ ਦੀ ਡਿਜ਼ਾਈਨ ਹੋਈ ਹੈ ਅਤੇ ਸਲੀਵ ਦੇ ਉੱਪਰ ਇਸ ਨੂੰ ਡਿਜ਼ਾਈਨਿੰਗ ਕੀਤੀ ਹੋਈ ਆ। ਹੋਰ ਇਸ ਨੂੰ ਅਸੀਂ ਅੱਜ ਕੱਲ ਪਲਾਜ਼ੋ ਦਾ ਟ੍ਰੈਂਡ ਵਾ, ਅਸੀਂ ਪਲਾਜ਼ੋ ਵਿੱਚ ਵੀ ਇਹਦਾ ਡਿਜ਼ਾਈਨ ਇਸ ਨਾਲ ਕਰਦੇ ਹਾਂ। ਇਸ ਤੋਂ ਇਲਾਵਾ ਅਸੀਂ ਇਸ ਦੀ ਸੂਟਾਂ ਵਿੱਚ ਡਿਜ਼ਾਈਨਿੰਗ ਵੀ ਕਰ ਸਕਦੇ ਹਾਂ, ਜਿਵੇਂ ਕਿ ਅਸੀਂ ਬੈਕ ਦੇ ਉੱਪਰ ਜਾਂ ਬਲਾਊਜ਼ ਦੇ ਉੱਪਰ ਇਸ ਦੀ ਬੈਕ ਦੇ ਉੱਪਰ ਇਹਨੂੰ ਡੈਕੋਰੇਸ਼ਨ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹ ਤੇ ਸਨ ਸੀ ਸਾਡੇ ਵੱਖ-ਵੱਖ ਕਿਸਮ ਦੀਆਂ ਜਿਹੜਾ ਸਜਾਵਟੀ ਸਮਾਨ, ਕਿ ਜਿਹੜਾ ਅਸੀਂ ਕੀ ਜਿਹੜਾ ਡੈਕੋਰੇਸ਼ਨ ਲਈ ਟ੍ਰਿਮਰਸ ਵਿੱਚ ਅਸੀਂ ਕੀ ਵਰਤਦੇ ਹਾਂ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਗੱਲ ਵੱਖ-ਵੱਖ ਸਜਾਵਟੀ ਕਿਨਾਰਿਆਂ ਦੀ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਕਿਨਾਰੇ ਨੂੰ ਵੀ ਇੱਕ ਵਧੀਆ ਤਰੀਕੇ ਨਾਲ ਸਜਾਇਆ ਜਾ ਸਕਦਾ ਹੈ, ਠੀਕ ਹੈ ਨਾ। ਜਿਵੇਂ ਕਿ ਸ਼ਰਟ ਦਾ ਕਿਨਾਰਾ ਹੋ ਗਿਆ, ਅਸੀਂ ਟੌਪ ਦਾ, ਜਾਂ ਹੋਰ ਕੋਈ ਜਿਵੇਂ ਅਦਰ ਕਿਨਾਰੇ ਹੁੰਦੇ ਉਹਨਾਂ ਨੂੰ ਅਸੀਂ ਸਜਾ ਸਕਦੇ ਹਾਂ। ਫਸਟ ਗੱਲ ਕਰਦੇ ਹਾਂ ਪਾਈਪਿੰਗ ਵਾਲਾ ਕਿਨਾਰਾ, ਲੈਸ ਵਾਲਾ ਕਿਨਾਰਾ, ਡੋਰੀ ਵਾਲਾ ਕਿਨਾਰਾ।
ਗੋਟੇ ਵਾਲਾ ਕਿਨਾਰਾ, ਮੋਤੀਆਂ ਵਾਲਾ ਕਿਨਾਰਾ, ਕਢਾਈ ਦਾ ਕਿਨਾਰਾ ਅਤੇ ਕਟਾਂਦਾਰ ਕਿਨਾਰਾ। ਇਸ ਸਾਰੇ ਕਟਾਂ ਦੇ ਨਾਲ ਅਸੀਂ ਜਿੰਨੀਆਂ ਵੀ ਸਜਾਵਟੀ ਕਿਨਾਰੇ ਹਨ, ਅਸੀਂ ਆਪਣੇ ਗਾਰਮੈਂਟਸ ਨੂੰ ਵਧੀਆ ਸਜਾ ਸਕਦੇ ਹਾਂ ਅਤੇ ਇੱਕ ਵਧੀਆ ਲੁੱਕ ਦੇ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹੈਮਸ ਦੀ। ਸਿਲਾਈ ਵਿੱਚ ਹੈਮ ਜਾਂ ਹੈਮਿੰਗ ਸਟਿਚ ਕੱਪੜੇ ਦੀ ਫਿਨਿਸ਼ਿੰਗ ਦਾ ਇੱਕ ਵਧੀਆ ਤਰੀਕਾ ਹੈ, ਜਿੱਥੇ ਕੱਪੜੇ ਦੇ ਟੁਕੜਿਆਂ ਨੂੰ ਕਿਨਾਰੇ ਨੂੰ ਨੈਰੋਲੀ ਜੋੜਿਆ ਜਾਂਦਾ ਹੈ ਅਤੇ ਫੈਬਰਿਕ ਨੂੰ ਉਧੇੜਨ ਜਾਂ ਖੋਲਣ ਦੇ ਰੋਕਣ ਲਈ ਇਸ ਦੀ ਸਿਲਾਈ ਕੀਤੀ ਜਾਂਦੀ ਹੈ। ਇਸ ਨੂੰ ਉਲੇੜੀ ਆਖਿਆ ਜਾਂਦਾ ਹੈ। ਇਹ ਲੇਡੀਜ਼ ਕਮੀਜ਼, ਫਰੋਕਾਂ, ਬਲਾਊਜ਼ ਆਦਿ ਕੀਤੀ ਜਾਂਦੀ ਹੈ। ਸਾਨੂੰ ਹੁਣ ਪਤਾ ਹੀ ਹੈ ਕਿ ਅਸੀਂ ਇੱਕ ਸਿੰਪਲ ਸਟਿਚ ਫॉर एग्जांपल ਕਿ ਅਸੀਂ ਸਿੰਪਲ ਸੀਨ ਲਾਉਣੇ ਆ, ਜਾਂ ਇੱਕ ਸਿਲਾਈ ਔਰ ਹੈਮਿੰਗ ਵਿੱਚ ਕੀ ਫਰਕ ਵਾ ਕਿ ਸਿਲਾਈ ਅਸੀਂ ਇੱਕ ਸਿੱਧੀ ਲਾ ਲੈਂਦੇ ਆ ਤੇ ਹੈਮਿੰਗ ਜਿਹੜੀ ਆ ਗਾਰਮੈਂਟਸ ਨੂੰ ਰੈਡੀ ਕਰਕੇ ਕੱਪੜੇ ਨੂੰ ਤਿਆਰ ਕਰਕੇ ਉਹਦੇ ਉੱਪਰ ਕੀਤੀ ਜਾਂਦੀ ਹੈ। ਜਿਵੇਂ ਕਿ ਫॉर एग्जांपल ਕਿ ਅਸੀਂ ਸ਼ਰਟ ਬਣਾਉਣੇ ਆ, ਸ਼ਰਟ ਨੂੰ ਰੈਡੀ ਕਰਕੇ ਉਸ ਤੋਂ ਬਾਅਦ ਉਹਦੀ ਨੀਚੇ ਵਾਲੇ ਜਿਹੜੇ ਫੱਟੇ ਉਸ ਨੂੰ ਫੋਲਡ ਕਰਨ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ। ਇਹ ਫਰੋਕਾਂ ਤੇ ਵੀ ਹੁੰਦੀ ਆ, ਫਰੋਕ ਅਤੇ ਬਲਾਊਜ਼ ਆਤੇ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆ ਗਈਆਂ ਕਿਸਮਾਂ। ਉਲੇੜੀ ਦੀਆਂ ਵੱਖ-ਵੱਖ ਕਿਸਮਾਂ, ਜਿਵੇਂ ਕਿ ਸਧਾਰਨ ਉਲੇੜੀ, ਅੰਨੀ ਉਲੇੜੀ ਅਤੇ ਗੋਲ ਉਲੇੜੀ, ਗੁਲਾਈ ਵਾਲੀ ਉਲੇੜੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਧਾਰਨ ਉਲੇੜੀ ਦੀ। ਸਧਾਰਨ ਉਲੇੜੀ ਉਸ ਨੂੰ ਕਿਹਾ ਜਾਂਦਾ ਹੈ ਜੋ ਆਮ ਕੱਪੜਿਆਂ ਤੇ ਕੀਤੀ ਜਾਂਦੀ ਹੈ। ਇਹ ਉਲੇੜੀ ਉਲਟੇ ਪਾਸੇ ਤੋਂ ਕੀਤੀ ਜਾਂਦੀ ਹੈ। ਸਿੱਧੇ ਪਾਸੇ ਦੀਆਂ ਦੋ ਤਾਰਾਂ ਹੀ ਕੱਪੜੇ ਦੀਆਂ ਚੁੱਕਣੀਆਂ ਜਾਂ ਤਾਂ ਚੰਗਾ ਹੁੰਦਾ ਹੈ। ਸਿੱਧੇ ਪਾਸੇ ਇਸ ਦੇ ਘੱਟ ਹੀ ਟਾਂਕੇ ਲਾਏ ਜਾਂਦੇ ਹਨ। ਲੇਡੀਜ਼ ਕਮੀਜ਼ਾਂ, ਫੱਟੇ, ਬੱਚਿਆਂ ਦੇ ਕੱਪੜੇ, ਫਰਾਕਾਂ ਅਤੇ ਇਹ ਜਿਹੜੀ ਉਲੇੜੀ ਅਸੀਂ ਟਾਂਕੇ ਦਾ ਇਸਤੇਮਾਲ ਜਾਂ ਵਰਤੋਂ ਕੀਤੀ ਜਾਂਦੀ ਹੈ। ਹੁਣ ਸਧਾਰਨ ਉਲੇੜੀ ਦੀ ਕਿਵੇਂ ਦੱਸਿਆ ਵੀ ਇਸ ਨੂੰ ਕਿਵੇਂ ਕਰ ਸਕਦੇ ਹਾਂ। ਜਿਵੇਂ ਫੈਬਰਿਕ ਦੇ ਅਸੀਂ ਦੋ ਟਾਂਕੇ, ਜਿਵੇਂ ਫॉर एग्जांपल ਕਿ ਅਸੀਂ ਨੀਡਲ ਦੇ ਨਾਲ ਤਰਪਾਈ ਕਰਦੇ ਹਾਂ ਤੇ ਇਹਦੇ ਦੋ ਤੰਦ ਹੀ ਚੁੱਕਣੇ ਚਾਹੀਦੇ ਹਨ ਤਾਂ ਜੋ ਤਰਪਾਈ ਜਿਹੜੀ ਆ ਜਾਂ ਹੈਮਿੰਗ ਵਾ ਉਹ ਬੜੀ ਹੀ ਵਧੀਆ ਹੁੰਦੀ ਹੈ। ਅਗਰ ਅਸੀਂ ਇਸ ਨੂੰ ਮੋਟਾ ਕਰਾਂਗੇ ਤਾਂ ਉਹਦੀ ਲੁੱਕ ਅੱਛੀ ਨਹੀਂ ਆਊਗੀ ਔਰ ਚੰਗੀ ਨਹੀਂ ਲੱਗੇਗੀ। ਇਹ ਸੇਮ ਇਹਦਾ ਵੀ ਉਹੀ ਫੰਕਸ਼ਨ ਵਾ ਕਿ ਇਹ ਲੇਡੀ ਵੀ ਲੇਡੀਜ਼ ਕਮੀਜ਼ ਦੇ ਫੱਟੇ, ਬੱਚਿਆਂ ਦੇ ਕੱਪੜੇ, ਫਰੋਕਾਂ ਆਦਿ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੈਗੀ ਆ ਅੰਨੀ ਉਲੇੜੀ, ਜਿਸ ਨੂੰ ਅਸੀਂ ਇਨਵਿਜ਼ੀਬਲ ਹੈਮਿੰਗ ਵੀ ਕਹਿੰਦੇ ਹਾਂ। ਅੰਨੀ ਉਲੇੜੀ ਨੂੰ ਇਨਵਿਜ਼ੀਬਲ ਹੈਮਿੰਗ ਕਿਹਾ ਜਾਂਦਾ ਹੈ। ਅੰਨੀ ਉਲੇੜੀ ਨੂੰ ਇਨਵਿਜ਼ੀਬਲ ਹੈਮਿੰਗ ਵੀ ਕਿਹਾ ਜਾਂਦਾ ਹੈ। ਇਹ ਉਲੇੜੀ ਦਿਖਾਈ ਘੱਟ ਦਿੰਦੀ ਹੈ ਜੇਕਰ ਸਫਾਈ ਨਾਲ ਕੀਤੀ ਜਾਵੇ। ਆਮ ਤੌਰ ਤੇ ਉਸ ਥਾਂ ਤੇ ਹੀ ਇਹ ਉਲੇੜੀ ਕੀਤੀ ਜਾਂਦੀ ਹੈ ਜਿਸ ਥਾਂ ਤੇ ਸਿਲਾਈ ਨੂੰ ਨਾ ਵਿਖਾਉਣਾ ਹੋਵੇ। ਕਈ ਵਾਰ ਪਾਈਪਿੰਗ ਲਗਾਉਂਦੇ ਸਮੇਂ ਬਾਅਦ ਵਿੱਚ ਇਸ ਨੂੰ ਮੋੜ ਕੇ ਉਲੇੜੀ ਕੀਤੀ ਜਾਂਦੀ ਹੈ। ਦੋ ਪੀਸਾਂ ਨੂੰ ਜੋੜ ਕੇ ਉਸੇ ਰੰਗ ਦਾ ਧਾਗਾ ਲੈ ਕੇ ਅਸੀਂ ਇਸ ਵਿੱਚ ਟਾਂਕਾ ਪੀਸਿਸ ਦਾ ਦੋ ਟਾਂਕੇ ਲੈ ਕੇ ਪੀਸ ਨਾਲ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਦੋ ਮੁੜੇ ਹੋਏ ਕਿਨਾਰਿਆਂ ਨੂੰ ਜੋੜ ਕੇ ਕੱਪੜਾ ਤਿਆਰ ਕੀਤਾ ਜਾਂਦਾ ਹੈ। ਉਲੇੜੀ ਜਿਹੜੀ ਹੈ ਇਨਵਿਜ਼ੀਬਲ ਹੈਮਿੰਗ ਨੂੰ ਅੰਨੀ ਉਲੇੜੀ ਕਿਹਾ ਜਾਂਦਾ ਹੈ। ਇਹ ਜਿਹੜੀ ਹੈਮਿੰਗ ਹੁੰਦੀ ਹੈ ਇਸ ਨੂੰ ਬੜੇ ਹੀ ਸਫਾਈ ਨਾਲ ਕਰਨਾ ਪੈਂਦਾ ਹੈ ਕਿਉਂਕਿ ਇਹ ਹੈਮਿੰਗ ਇਸ ਲਈ ਇਸਤੇਮਾਲ ਹੁੰਦੀ ਹੈ ਕਿ ਇਸ ਨੂੰ ਨਹੀਂ ਵਿਖਾਉਣਾ ਨਹੀਂ ਹੁੰਦਾ, ਇਹ ਨਹੀਂ ਵਿਖਾਈ ਜਾਂਦੀ, ਇਸ ਲਈ ਇਹ ਕੀਤੀ ਜਾਂਦੀ ਹੈ। ਇਹ ਦੋ ਪੀਸਿਸ ਨੂੰ ਜੋੜ ਕੇ ਉਸੇ ਕੰਟਰਾਸਟ ਯਾਨੀ ਕਿ ਅਸੀਂ ਦੋ ਪੀਸਿਸ ਨੂੰ ਜੋੜਦੇ ਹਾਂ ਤੇ ਜਿਸ ਮਟੀਰੀਅਲ ਦਾ ਸਾਡਾ ਫੈਬਰਿਕ ਹੈ ਉਸੇ ਨਾਲ ਅਸੀਂ ਜੋੜ ਕੇ ਇਸ ਨੂੰ ਮਤਲਬ ਉਹੀ ਸਟਿਚ ਦੇ ਨਾਲ ਉਹੀ ਧਾਗੇ ਨਾਲ ਅਸੀਂ ਕਰਾਂਗੇ ਤਾਂ ਇਹ ਬਹੁਤ ਵਧੀਆ ਹੁੰਦੀ ਹੈ। ਇਸੇ ਤਰ੍ਹਾਂ ਦੋ ਮੁੜੇ ਹੋਏ ਕਿਨਾਰਿਆਂ ਨੂੰ ਜੋੜ ਕੇ ਇਸ ਨੂੰ ਜੋੜਨ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਸੋ ਅੱਗੇ ਵਧਦੇ ਹਾਂ ਅਸੀਂ ਗੋਲ ਉਲੇੜੀ ਵੱਲ। ਗੋਲ ਉਲੇੜੀ ਨੂੰ ਰੋਲਿੰਗ ਹੈਮ ਵੀ ਕਿਹਾ ਜਾਂਦਾ ਹੈ। ਰੋਲਿੰਗ ਦਾ ਅਰਥ ਹੈ ਗੋਲ ਕਰਕੇ, ਭਾਵ ਗੋਲ ਕਰਨਾ।
ਕਿਸੇ ਵੀ ਕੱਪੜੇ ਦੇ ਕਿਨਾਰੇ ਨੂੰ ਗੋਲ ਕਰਕੇ ਜਦੋਂ ਉਸ ਨੂੰ ਸਟਿਚ ਕਰਨਾ ਹੋਵੇ ਉੱਥੇ ਹੀ ਗੋਲ ਰਹਿਣ ਦਿੱਤਾ ਜਾਂਦਾ ਹੈ, ਉਸ ਨੂੰ ਰੋਲਿੰਗ ਹੈਮ ਕਿਹਾ ਜਾਂਦਾ ਹੈ। ਇਹ ਰੁਮਾਲਾਂ ਤੇ ਕਿਨਾਰਿਆਂ ਤੇ ਬੱਚਿਆਂ ਦੀਆਂ ਫਰਾਕਾਂ ਤੇ ਲੱਗਣ ਵਾਲੇ ਝਾਲਰਾਂ ਤੇ ਕੀਤੀ ਜਾਂਦੀ ਹੈ। ਇਸ ਨਾਲ ਕੱਪੜੇ ਦੀਆਂ ਬੁਰਾਂ ਨਹੀਂ ਨਿਕਲਦੀਆਂ ਅਤੇ ਕਈ ਵਾਰੀ ਇਹ ਕਾਲਰ ਆਦਿ ਤੇ ਵੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਗੁਲਾਈ ਵਿੱਚ ਲੇਡੀ ਦੀ। ਪਹਿਲਾਂ ਅਸੀਂ ਗੱਲ ਕੀਤੀ ਆ ਗੋਲ ਲੇਡੀ ਦੀ, ਜਾਨੀ ਕਿ ਰੋਲਡ ਹੈਮ ਦੀ। ਹੁਣ ਅਸੀਂ ਗੱਲ ਕਰਦੇ ਹਾਂ ਗੁਲਾਈ ਵਿੱਚ ਲੇਡੀ ਦੀ, ਜਾਨੀ ਕਿ ਸਰਕੂਲਰ ਹੈਮ ਦੀ। ਜਦੋਂ ਅਸੀਂ ਗੋਲ ਘੇਰੇ ਜਾਂ ਕਿਸੇ ਗੁਲਾਈ ਵਾਲੀ ਥਾਂ ਨੂੰ ਮੋੜਨਾ ਹੋਵੇ ਤਾਂ ਉਸ ਥਾਂ ਨੂੰ ਲੇਡੀ ਨੂੰ ਮੋੜਨਾ ਹੋਵੇ ਤਾਂ ਉਸ ਥਾਂ ਤੇ ਖਿੱਚ ਕੇ ਗੁਲਾਈ ਸੈੱਟ ਕਰਨੀ ਹੋਵੇ ਤਾਂ ਉਸ ਨੂੰ ਸਰਕੂਲਰ ਹੈਮ ਕਿਹਾ ਜਾਂਦਾ ਹੈ। ਸਰਕੂਲਰ ਹੈਮ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਪਹਿਲਾ ਤਰੀਕਾ ਇਹ ਹੈ ਕਿ ਇਸ ਤੇ ਉਰੀਪ ਪੀਸ ਲਗਾ ਕੇ ਮਸ਼ੀਨ ਨਾਲ ਸਟਿਚ ਕਰਕੇ ਇਸ ਨੂੰ ਬੈਕ ਕਰਕੇ ਸਾਨੂੰ ਅੰਦਰ ਟਰਨ ਕਰਕੇ ਇਸ ਉੱਪਰ ਹੈਮਿੰਗ ਕਰ ਲੈਣੀ ਚਾਹੀਦੀ ਹੈ। ਦੂਸਰਾ ਤਰੀਕਾ ਇਹ ਹੈ ਕਿ ਇਸ ਨੂੰ ਸੈਲਫ ਟਰਨ ਕਰਕੇ ਵੀ ਬਣਾਇਆ ਜਾ ਸਕਦਾ ਹੈ। ਸੈਲਫ ਟਰਨ ਕਰਨ ਲਈ ਅਸੀਂ ਬਰੀਕ ਕਿਨਾਰਾ ਕਰਕੇ ਇਸ ਇੱਕ ਸੂਤ ਦੇ ਹਿਸਾਬ ਨਾਲ ਇਸ ਦੇ ਕਿਨਾਰੇ ਤੇ ਅਸੀਂ ਇਸ ਨੂੰ ਸੀਨ ਲਗਾਉਂਦੇ ਜਾਵਾਂਗੇ। ਅਗਰ ਤੁਸੀਂ ਚਾਹੋ ਤੇ ਇਸ ਦੇ ਉੱਪਰ ਸਟਿਚ ਵੀ ਕਰ ਸਕਦੇ ਜੋ, ਇਸ ਨੂੰ ਤਰਪਾਈ ਯਾਨੀ ਕਿ ਹੈਮਿੰਗ ਵੀ ਕਰ ਸਕਦੇ ਹੋ। ਸੋ ਇਹ ਤਾਂ ਸੀ ਅੱਜ ਦਾ ਟੌਪਿਕ, ਫਾਸਨਰ, ਟਿੰਬਰਸ ਅਤੇ ਹੈਮਸ ਸੰਬੰਧੀ। ਹੁਣ ਅਸੀਂ ਗੱਲ ਕਰਦੇ ਹਾਂ ਮਿਸ਼ਨ ਫਤਿਹ ਦੀ। ਸਰਕਾਰ ਨੇ ਕੁਐਰੀ ਲੈਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਮਿਸ਼ਨ ਫਤਿਹ ਦੀ ਗੱਲ ਕਰਦੀ ਹਾਂ। ਸਰਕਾਰ ਨੇ ਮਿਸ਼ਨ ਫਤਿਹ ਬਾਰੇ ਤੁਹਾਨੂੰ ਸਰਕਾਰ ਦੇ ਇਸ ਮਿਸ਼ਨ ਫਤਿਹ ਬਾਰੇ ਕਰਵਾਉਣਾ ਚਾਹਾਂਗੀ। ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਨਾਲ ਪੂਰੇ ਦੇਸ਼ ਵਿੱਚ ਪੀੜਾ ਵੱਧ ਰਹੀ ਹੈ, ਪਰ ਇਸ ਦੇ ਨਾਲ ਆਪਾਂ ਬਹੁਤ ਸਿੰਪਲ ਪ੍ਰੀਕਾਸ਼ਨ ਹਨ ਕਿ ਜਿਹੜੇ ਅਸੀਂ ਅਪਣਾਵਾਂਗੇ ਤਾਂ ਅਸੀਂ ਬਿਮਾਰੀ ਨੂੰ ਰੋਕ ਸਕਦੇ ਹਾਂ। ਆਓ ਅਸੀਂ ਜਾਣੀਏ ਇਸ ਦੇ ਲੱਛਣ ਅਤੇ ਇਸ ਦੇ ਬਚਾਅ। ਸਭ ਤੋਂ ਪਹਿਲਾਂ ਅਸੀਂ ਇਸ ਦੇ ਲੱਛਣ ਬਾਰੇ ਗੱਲ ਕਰਦੇ ਹਾਂ, ਜਿਵੇਂ ਕਿ ਬੁਖਾਰ, ਖਾਂਸੀ, ਥਕਾਵਟ ਅਤੇ ਸਾਹ ਲੈਣ ਵਿੱਚ ਪ੍ਰੋਬਲਮ। ਅਗਰ ਤੁਹਾਨੂੰ ਇਹ ਪ੍ਰੋਬਲਮਸ ਹੈਗੀਆਂ ਵਾ ਤੇ ਤੁਸੀਂ ਆਪਣੇ ਡਾਕਟਰ ਨੂੰ ਚੈੱਕ ਕਰਵਾਓ ਅਤੇ ਆਪਣਾ ਟ੍ਰੀਟਮੈਂਟ ਸ਼ੁਰੂ ਕਰਵਾਓ। ਇਸ ਤੋਂ ਬਚਣ ਦੇ ਉਪਾਅ ਹੈ ਕਿ ਘਰ ਵਿੱਚ ਹੀ ਰਹੋ, ਸੁਰੱਖਿਅਤ ਦੂਰੀ ਬਣਾਈ ਰੱਖੋ, ਅਕਸਰ ਹੱਥ ਧੋ ਅਤੇ ਆਪਣੀ ਖੰਘ ਨੂੰ ਢੱਕ ਕੇ ਰੱਖੋ। ਹੈਲਪਲਾਈਨ ਨੰਬਰ 104 ਸੁਰੱਖਿਅਤ ਦੂਰੀ ਬਣਾਈ ਰੱਖੋ। ਤੁਸੀਂ ਘਰੋਂ ਜਦੋਂ ਵੀ ਜਾਂਦੇ ਜੋ ਤਾਂ ਮਾਸਕ ਪਾ ਕੇ ਜਾਓ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਅਕਸਰ ਹੱਥ ਧੋ। ਘਰੋਂ ਜਦੋਂ ਤੁਸੀਂ ਬਾਹਰੋਂ ਜਦੋਂ ਆਉਂਦੇ ਜੋ ਤਾਂ ਹੈਂਡ ਵਾਸ਼ ਕਰੋ ਅਤੇ ਆਪਣੀ ਕਿਸੇ ਨੂੰ ਖਾਂਸੀ ਜਾਂ ਇਹੋ ਜਿਹਾ ਕੋਈ ਮਰੀਜ਼ ਹੈਗਾ ਤਾਂ ਉਸ ਨੂੰ ਕਹੋ ਕਿ ਇਸ ਨੂੰ ਆਪਣੇ ਫੇਸ ਨੂੰ ਕਵਰ ਕਰਕੇ ਰੱਖੇ। ਅਗਰ ਕਿਸੇ ਵੀ ਵਿੱਚ ਇਹ ਪ੍ਰੋਬਲਮਸ ਹੈਗੀਆਂ ਵਾ ਤਾਂ ਤੁਸੀਂ ਹੈਲਪਲਾਈਨ ਨੰਬਰ ਉੱਪਰ ਕਾਲ ਕਰ ਸਕਦੇ ਹੋ 104। ਮੈਂ ਧੰਨਵਾਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਮੈਨੂੰ ਆਪਣਾ ਜ਼ਰੂਰੀ ਟਾਈਮ ਦਿੱਤਾ। ਥੈਂਕਸ। ਮੈਂ ਹੋਪ ਕਰਦੀ ਹਾਂ ਕਿ ਤੁਹਾਨੂੰ ਇਹ ਮੇਰਾ ਲੈਕਚਰ ਵਧੀਆ ਲੱਗਾ ਹੋਵੇਗਾ। ਹੁਣ ਕਿਸੇ ਦੀ ਕੋਈ ਕੁਐਰੀ ਹੈ ਤਾਂ ਮੈਨੂੰ ਪੁੱਛ ਸਕਦਾ ਵਾ, ਕਿਸੇ ਦਾ ਕੋਈ ਕੁਐਸਚਨ ਆ। ਹਾਂਜੀ ਮੈਮ, ਮੈਂ ਉਪਾਸਨਾ ਬੋਲ ਰਹੀ ਹਾਂ। ਹਾਂਜੀ ਮੈਮ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਂ ਕਿਹਾ ਮੈਂ ਉਪਾਸਨਾ ਬੋਲ ਰਹੀ ਹਾਂ। ਹਾਂਜੀ ਮੈਮ ਬੋਲੋ। ਬਾਕੀ ਹੀ ਤੁਹਾਡਾ ਲੈਕਚਰ ਸਾਨੂੰ ਬਹੁਤ ਵਧੀਆ ਲੱਗਿਆ, ਬਹੁਤ ਹੀ ਵਧੀਆ ਕੀਤੀ ਹੋਈ ਸੀ, ਬਹੁਤ ਹੀ ਅੱਛਾ ਸੀ ਤੁਹਾਡਾ ਲੈਕਚਰ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ, ਮੇਰਾ ਫਰਸਟ ਐਕਸਪੀਰੀਅੰਸ ਵਾ। ਹਾਂਜੀ, ਮੈਨੂੰ ਉਮੀਦ ਹੈ ਤੁਸੀਂ ਅੱਗੇ ਵੀ ਇਸ ਤਰ੍ਹਾਂ ਦੇ ਬਹੁਤ ਅੱਛੇ ਲੈਕਚਰ ਲੈ ਕੇ ਆਓਗੇ ਜਿਹੜੇ ਬੱਚਿਆਂ ਲਈ ਬਹੁਤ ਹੀ ਵਧੀਆ ਹੋਣਗੇ। ਬਹੁਤ ਹੀ ਵਧੀਆ। ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦੇ ਉੱਤੇ। ਤੁਸੀਂ ਸਾਡੇ ਫੈਮਿਲੀ ਦੇ ਪਾਰਟਸ ਬਣੇ। ਥੈਂਕ ਯੂ। ਥੈਂਕ ਯੂ ਮੈਮ ਸੋ ਮਚ। ਮੇਰਾ ਫਰਸਟ ਐਕਸਪੀਰੀਅੰਸ ਵਾ। ਮੈਂ ਉਮੀਦ ਕਰਦੀ ਹਾਂ ਕਿ ਮੈਂ ਇਸ ਤੋਂ ਵਧੀਆ ਅੱਗੇ ਤੁਹਾਨੂੰ ਲੈਕਚਰ ਦਵਾਂਗੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਡਮ ਮਨਜਿੰਦਰ ਬੋਲ ਰਹੀ ਹਾਂ, ਗਵਰਨਮੈਂਟ ITSC ਫਤਿਹਗੜ੍ਹ ਚੂੜੀਆਂ ਤੋਂ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ। ਹਾਂਜੀ ਮੈਡਮ, ਬਹੁਤ ਵਧੀਆ ਲੈਕਚਰ ਸੀ ਤੁਹਾਡਾ, ਬੜਾ ਇਫੈਕਟਿਵ ਸੀ। ਥੈਂਕ ਯੂ ਮੈਮ।
ਔਰ ਜਿਸ ਤਰ੍ਹਾਂ ਮੈਡਮ ਉਪਾਸਨਾ ਨੇ ਕਿਹਾ ਹੈ ਕਿ ਹੋਰ ਨੈਕਸਟ ਟਾਈਮ ਵੀ ਤੁਸੀਂ ਹੋਰ ਵਧੀਆ ਲੈਕਚਰ ਲੈ ਕੇ ਆਓਗੇ ਸਟੂਡੈਂਟਸ ਵਾਸਤੇ। ਹਾਂਜੀ ਮੈਮ, ਮੈਂ ਉਮੀਦ ਕਰਦੀ ਹਾਂ ਕਿ ਮੈਂ ਇਸ ਤੋਂ ਵਧੀਆ ਲੈਕਚਰ ਦਵਾਂ ਨੈਕਸਟ ਟਾਈਮ। ਥੈਂਕ ਯੂ ਮੈਮ, ਸਭ ਤੁਹਾਡੇ ਸਹਿਯੋਗ ਨਾਲ ਅਤੇ ਡਿਪਾਰਟਮੈਂਟ ਦੇ ਸਹਿਯੋਗ ਨਾਲ ਅਸੀਂ ਅੱਗੇ ਵਧ ਰਹੇ ਹਾਂ। ਨਹੀਂ ਠੀਕ ਹੈ ਜੀ, ਠੀਕ ਹੈ। ਬਹੁਤ ਤੁਸੀਂ ਮਤਲਬ ਅੱਛੀ ਸੋਚ ਦੇ ਸਾਰੇ ਇੰਸਟਰਕਟਰ ਹੈ ਔਰ ਵਧੀਆ ਹੀ ਸਾਰੇ ਕੰਮ ਕਰ ਰਹੇ ਆ ਔਰ ਬੱਚਿਆਂ ਵਾਸਤੇ ਕਰ ਰਹੇ ਆ ਅਸੀਂ ਸਾਰੇ ਜਾਣੇ। ਔਰ ਸਾਡੀ ਸਭ ਦੀ ਇਹੋ ਕੋਸ਼ਿਸ਼ ਹੈ ਕਿ ਅਸੀਂ ਬੱਚਿਆਂ ਨੂੰ ਵਧੀਆ ਸਟੱਡੀ ਮਟੀਰੀਅਲ ਦਈਏ ਤਾਂ ਕਿ ਈਜ਼ੀ ਮੈਥਡ ਨਾਲ ਬੱਚਿਆਂ ਨੂੰ ਸਾਰਾ ਕੁਝ ਕਲੀਅਰ ਹੋ ਜਾਏ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ। ਥੈਂਕ ਯੂ। ਹੋਰ ਕਿਸੇ ਦੀ ਕੋਈ ਕੁਐਰੀ ਹੈ ਤੇ ਹੈਂਡ ਰੇਜ਼ ਕਰ ਸਕਦਾ ਪਲੀਜ਼। I think ਮੈਮ ਕਿਸੇ ਦੀ ਕੁਐਰੀ ਨਹੀਂ ਹੈ। No more queries there। ਆਪਾਂ ਨੂੰ ਮੀਟਿੰਗ ਐਂਡ ਕਰ ਦੇਣੀ ਚਾਹੀਦੀ। ਚਲੋ ਥੈਂਕ ਯੂ ਸਰ। ਚਲੋ ਓਕੇ।